ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਇੱਕ ਵਾਰ ਫੇਰ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਇਆ। ਆਪਣਾ ਡਾਕਟਰ ਆਪ ਬਣੋ ਲੜੀਵਾਰ ਨੰਬਰ 31 ਬੀ ਯੋਰ ਓਨ ਡਾਕਟਰ ਐਪੀਸੋਡ ਨੰਬਰ 31। ਅੱਜ ਇਸ ਐਪੀਸੋਡ ਇਸ ਲੜੀਵਾਰ ਦੇ ਵਿੱਚ ਅਸੀਂ ਪਿਛਲੀ ਲੜੀਵਾਰ ਦੀ ਗੱਲਬਾਤ ਨੂੰ ਅੱਗੇ ਵਧਾਵਾਂਗੇ। ਕੁਆਂਟਮ ਹੀਲਿੰਗ ਦੇ ਮੁੱਦੇ ਨੂੰ ਅਸੀਂ ਹੋਰ ਵਿਸਥਾਰ ਦੇ ਨਾਲ ਪਬਲਿਕ ਦੇ ਸਾਹਮਣੇ ਰੱਖਾਂਗੇ। ਪਿਛਲੀ ਵਾਰ ਤੁਹਾਡੇ ਸਾਹਮਣੇ ਅਸੀਂ ਰੱਖਿਆ ਸੀਗਾ ਕਿ ਕੁਆਂਟਮ ਹੀਲਿੰਗ, ਕੁਆਂਟਮ ਅਸਲ ਹੈ ਕੀ ਹੈ, ਕਿਸ ਤਰ੍ਹਾਂ ਕੋਸਮੋਸ, ਕਿਸ ਤਰ੍ਹਾਂ ਬ੍ਰਹਮਾਂਡ, ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਨੇ ਅਤੇ ਇੱਕ ਦੂਜੇ ਨਾਲ ਜੁੜ ਕੇ ਹੀ ਜਦੋਂ ਸਾਰਾ ਕੁਝ ਚੱਲਦਾ ਹੈਗਾ ਤਾਂ ਫਿਰ ਤਾਂ ਹੀ ਜਿਹੜੀ ਆ ਉਹ ਸ੍ਰਿਸ਼ਟੀ ਦਾ ਇੱਕ ਵਧੀਆ ਸੰਚਾਰ ਹੁੰਦਾ, ਵਧੀਆ ਰਚਨਾ ਹੁੰਦੀ ਹੈ ਅਤੇ ਤਾਂ ਹੀ ਸ੍ਰਿਸ਼ਟੀ ਅੱਗੇ ਵੱਧ ਸਕਦੀ ਹੈ। ਜਦੋਂ ਕੋਈ ਚੀਜ਼ ਵੱਖਰੇ ਹੋਣ ਲੱਗ ਪੈਂਦੀ ਹੈ ਤਾਂ ਉਦੋਂ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਹੋਣ ਵੱਲ ਵੱਧ ਪੈਂਦੀਆਂ ਨੇ। ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਦੇ ਹਾਂ ਕਿ ਪਿਛਲੀ ਵਾਰ ਤਾਂ ਅਸੀਂ ਇਹ ਜਾਣ ਲਿਆ ਵੀ ਕੁਆਂਟਮ ਜਿਹੜੀ ਹੈ ਸਿਸਟਮ ਹੁੰਦਾ ਕੀ ਹੈ, ਅਤੇ ਹੁਣ ਆਪਾਂ ਇਹ ਕਰਾਂਗੇ ਕਿ ਕੁਆਂਟਮ ਹੀਲਿੰਗ ਦਾ ਪ੍ਰੋਸੈਸ ਕੀ ਹੈ। ਕੁਆਂਟਮ ਹੀਲਿੰਗ ਮਤਲਬ ਕੀ, ਕਿੱਦਾਂ ਅਸੀਂ ਜਿਹੜਾ ਸਰੀਰ, ਕਿੱਦਾਂ ਇਨਸਾਨ ਨੂੰ, ਕਿੱਦਾਂ ਆਪਾਂ ਆਲਾ ਦੁਆਲਾ ਸਮਾਜ ਨੂੰ ਆਪਾਂ ਤੰਦਰੁਸਤ ਕਰ ਸਕਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਦੇ ਹੋ। ਡਾਕਟਰ ਸਾਹਿਬ, ਪਿਛਲੀ ਵਾਰ ਆਪਾਂ ਨੇ ਸਮਝ ਲਿਆ ਅਤੇ ਹੁਣ ਜਿਹੜਾ ਆਪਾਂ ਆਈਏ ਵੀ ਕੁਆਂਟਮ ਹੀਲਿੰਗ ਦੇ ਜਿਹੜੇ ਮੈਥਡ ਦੇ ਨਾਲ ਆਪਾਂ ਕਿਹੜੇ ਰੋਗ ਠੀਕ ਕਰ ਸਕਦੇ ਹਾਂ ਅਤੇ ਕਿੱਥੋਂ ਸ਼ੁਰੂ ਕਰੋਗੇ? ਕੁਲਵੰਤ ਜੀ, ਲੜੀ ਜੋੜਨ ਲਈ ਪਹਿਲਾਂ ਤਾਂ ਆਪਾਂ ਨੂੰ ਥੋੜ੍ਹਾ ਜਿਹਾ ਜੋੜ ਲਈਏ ਪਿੱਛੇ ਨਾਲ ਜੋ ਹੁਣ ਤੱਕ ਆਪਾਂ ਨੇ ਕੀਤਾ, ਕਿਉਂਕਿ ਉਹ ਜੋੜੇ ਬਿਨਾਂ ਫਿਰ ਗੱਲ ਅੱਗੇ ਜਿਹੜੀ ਆ ਸਮਝ ਨਹੀਂ ਆਉਣੀ। ਸਾਨੂੰ ਸਾਡੇ ਦਿਮਾਗਾਂ 'ਚ ਪਿਛਲੇ 70 ਸਾਲ 100 ਸਾਲ ਤੋਂ ਇਹ ਪਾਇਆ ਜਾ ਰਿਹਾ ਕਿ ਬਿਮਾਰੀ ਹੁੰਦੀ ਹੈ ਅਤੇ ਬਿਮਾਰੀ ਦਾ ਇਲਾਜ ਹੁੰਦਾ। ਹਰ ਬਿਮਾਰੀ ਦਾ ਇਲਾਜ ਅਲੱਗ ਅਲੱਗ ਹੁੰਦਾ। ਇਹ ਮਾਡਰਨ ਮੈਡੀਕਲ ਸਿਸਟਮ ਨੇ, ਜਿਹੜਾ ਸਾਡਾ ਆਧੁਨਿਕ ਮੈਡੀਕਲ ਸਿਸਟਮ, ਜਿਹਨੂੰ ਅਸੀਂ ਐਲੋਪੈਥੀ ਕਹਿੰਦੇ ਹਾਂ, ਜਿਹੜੀ ਪੱਛਮ 'ਚੋਂ ਆਈ ਹੈ, ਉਹਨੇ ਸਾਡੇ ਦਿਮਾਗਾਂ 'ਚ ਕੁੱਟ ਕੇ ਭਰਤਾ ਕਿ ਬਿਮਾਰੀਆਂ, ਜਿੰਨੀਆਂ ਬਿਮਾਰੀਆਂ ਹੁੰਦੀਆਂ ਉਨੇ ਇਲਾਜ ਹੁੰਦੇ ਆ। ਹਰ ਬਿਮਾਰੀ ਦੀ ਦਵਾਈ ਅਲੱਗ ਹੁੰਦੀ ਹੈ, ਹਰ ਬਿਮਾਰੀ ਦੀ ਸਰਜਰੀ ਅਲੱਗ ਹੁੰਦੀ ਹੈ, ਹਰ ਬਿਮਾਰੀ ਦਾ ਇਲਾਜ ਅਲੱਗ ਹੁੰਦਾ। ਪਰ ਇਹ ਸੱਚ ਹੈ? ਹੌਲੀ ਹੌਲੀ ਗੱਲ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਇੱਕ ਬਹੁਤ ਵੱਡਾ ਝੂਠ ਹੈ। ਸਰੀਰ ਦੇ ਅੰਦਰ ਕੋਈ ਬਿਮਾਰੀਆਂ ਦੇ ਕੰਪਾਰਟਮੈਂਟ ਨਹੀਂ ਬਣੇ ਹੋਏ, ਕੋਈ ਖਾਨੇ ਨਹੀਂ ਬਣੇ ਹੋਏ ਵੀ ਇਸ ਖਾਨੇ ਦੀ ਬਿਮਾਰੀ ਅਲੱਗ ਹੈ ਅਤੇ ਇਸ ਖਾਨੇ ਦੀ ਅਲੱਗ ਹੈ, ਲਿਵਰ ਦੀ ਅਲੱਗ ਹੈ, ਗੁਰਦੇ ਦੀ ਅਲੱਗ ਹੈ। ਐਸਾ ਕੁਛ ਨਹੀਂ ਹੈ। ਸਰੀਰ ਦੇ ਅੰਦਰ ਇੱਕ ਹੋਲਨੈਸ ਹੈ। ਸਰੀਰ ਦੇ ਅੰਦਰ ਸੰਪੂਰਨ ਇਕਾਈ ਦੇ ਤੌਰ 'ਤੇ ਸਰੀਰ ਕੰਮ ਕਰਦਾ ਹੈ, ਬਹੁਤ ਹੀ ਉੱਤਮ ਤਾਲਮੇਲ 'ਚ। ਇਹਦੇ ਕਰੋੜ ਸੈੱਲ, ਹਰ ਸੈੱਲ ਹਜ਼ਾਰਾਂ ਕੰਮ ਕਰਦਾ ਹੋਇਆ, ਸਾਰੇ ਸੈੱਲ ਇੱਕ ਦੂਜੇ ਦੇ ਤਾਲਮੇਲ 'ਚ ਨੇ। ਜਦੋਂ ਇੱਕ ਗਰੁੱਪ ਆਫ ਸੈੱਲਸ 'ਤੇ ਕੋਈ ਮੁਸੀਬਤ ਆ ਜਾਂਦੀ ਹੈ ਤਾਂ ਬਾਕੀ ਦੇ ਸੈੱਲ ਨਾਲ ਦੀ ਉਹਦੀ ਹੈਲਪ 'ਤੇ ਆਉਂਦੇ ਆ ਔਰ ਪੂਰੇ ਦੇ ਪੂਰੇ ਇੱਕ ਵਨਨੈਸ ਦੇ ਤੌਰ 'ਤੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਕਿ ਉਹਨੂੰ ਫਿਰ ਮੁੜ ਕੇ ਸਿਹਤਮੰਦ ਕਿਵੇਂ ਕੀਤਾ ਜਾਵੇ। ਅਤੇ ਇਹ ਗੱਲ ਜਿਹੜੀ ਹੈ, ਇੱਕ ਤਾਂ ਪਹਿਲੀ ਗੱਲ ਤਾਂ ਇਹ ਸਮਝਣੀ ਜ਼ਰੂਰੀ ਹੈ ਕਿ ਨਾ ਬਿਮਾਰੀਆਂ ਅਲੱਗ-ਅਲੱਗ ਨੇ, ਨਾ ਪੁਰਜੇ ਅਲੱਗ-ਅਲੱਗ ਨੇ। ਇਹ ਜਿਹੜਾ ਮਾਡਲ ਆਇਆ ਕਿਤੇ ਨਾ ਕਿਤੇ, ਇਹ ਬਹੁਤ ਹੀ ਡਿਸਟੋਰਟਡ, ਬਹੁਤ ਹੀ ਵਿਕਰਤ ਮਾਡਲ ਹੈ ਜਿਹੜਾ ਮਸ਼ੀਨ ਤੋਂ ਆਇਆ। ਕਿਉਂਕਿ ਅੱਜ ਦਾ ਜਿਹੜਾ ਸੋ ਕਾਲਡ ਮਾਡਰਨ ਯੁੱਗ ਹੈ, ਜਿਹਨੂੰ ਅਸੀਂ ਸਾਇੰਸ ਦਾ ਯੁੱਗ ਕਹਿੰਦੇ ਹਾਂ, ਇੰਡਸਟਰੀ ਦਾ ਯੁੱਗ ਕਹਿੰਦੇ ਹਾਂ, ਉਹ ਬਣਿਆ ਆਇਆ ਮਸ਼ੀਨ ਤੋਂ ਹੈ। ਕਿਉਂਕਿ ਮਸ਼ੀਨ ਦੇ ਉੱਪਰ ਆਧਾਰਿਤ ਸੀਗਾ। ਮਸ਼ੀਨ ਨੂੰ ਨੇ ਦੇਖਿਆ, ਮਸ਼ੀਨ ਨੂੰ ਚਲਾਇਆ, ਮਸ਼ੀਨ ਦੇ ਸਿਰ 'ਤੇ ਪੈਸਾ ਇਕੱਠਾ ਕੀਤਾ ਸਾਰਾ, ਤਾਂ ਉਹ ਸਰੀਰ ਨੂੰ ਮਸ਼ੀਨ ਹੀ ਸਮਝਣ ਲੱਗ ਗਿਆ ਕਿ ਸਰੀਰ ਮਸ਼ੀਨ ਹੈ। ਜਿੱਦਾਂ ਮਸ਼ੀਨ ਦੀ ਮੁਰੰਮਤ ਚਾਹੀਦੀ ਹੈ, ਇੱਦਾਂ ਸਰੀਰ ਦੀ ਮੁਰੰਮਤ ਚਾਹੀਦੀ ਹੈ। ਜਿੱਦਾਂ ਮਸ਼ੀਨ ਦਾ ਇੱਕ ਪੁਰਜਾ ਖਰਾਬ ਹੋ ਜਾਏ, ਚੱਕ ਕੇ ਬਦਲ ਦਿਓ, ਉੱਦਾਂ ਹੀ ਇਹਦਾ ਪੁਰਜਾ ਬਦਲ ਦਿਓ। ਤਾਂ ਉਹ ਕਿਤੇ ਨਾ ਕਿਤੇ ਜਿਹੜਾ ਇਹ ਵਰਤਾਰਾ ਆਇਆ, ਇਹ ਬਹੁਤ ਹੀ ਵਿਕਰਤ ਹੋ ਗਿਆ, ਕਿਉਂਕਿ ਸਰੀਰ ਨੂੰ ਮਸ਼ੀਨ ਸਮਝ ਲਿਆ ਗਿਆ, ਜਿਹੜਾ ਕਿ ਬਹੁਤ ਹੀ ਗਲਤ ਨੋਸ਼ਨ ਹੈ, ਬਹੁਤ ਹੀ ਵੱਡਾ ਝੂਠ ਹੈ। ਸਰੀਰ ਕੋਈ ਮਸ਼ੀਨ ਨਹੀਂ ਹੈ। ਸਰੀਰ ਇੱਕ ਜਿਉਂਦੀ ਜਾਗਦੀ ਚੀਜ਼ ਹੈ। ਉਹਦੇ ਅੰਦਰ ਇੱਕ ਇਨਹੈਰੈਂਟ, ਉਹਦੇ ਅੰਦਰ ਇਨਬਿਲਟ, ਉਹਦੇ ਅੰਦਰ ਅਥਾਹ ਸਮਰੱਥਾ ਹੈ ਆਪਣੇ ਆਪ ਨੂੰ ਠੀਕ ਕਰਨ ਦੀ। ਮਸ਼ੀਨ 'ਚ ਨਹੀਂ ਹੁੰਦੀ ਹੈ। ਮਸ਼ੀਨ ਦਾ ਤੁਹਾਨੂੰ ਮਿਸਤਰੀ ਬੁਲਾਉਣਾ ਹੀ ਪਏਗਾ, ਮਕੈਨਿਕ ਜਾਂ ਇੰਜੀਨੀਅਰ ਬੁਲਾਉਣਾ ਹੀ ਪਏਗਾ ਤੁਹਾਨੂੰ। ਮਸ਼ੀਨ ਆਪਣੇ ਆਪ ਨੂੰ ਠੀਕ ਨਹੀਂ ਕਰ ਸਕਦੀ। ਇੱਕ ਬੇਸਿਕ ਡਿਫਰੈਂਸ ਹੈ। ਜਦ ਤੱਕ ਅਸੀਂ ਇਹਨੂੰ ਨਹੀਂ ਸਮਝਾਂਗੇ ਤਦ ਤੱਕ ਸਾਨੂੰ ਨਾ ਤਾਂ ਕੁਆਂਟਮ ਹੀਲਿੰਗ ਸਮਝਾ ਸਕਦੀ ਅਤੇ ਨਾ ਦੂਜੇ ਸਿਸਟਮਾਂ ਨੂੰ ਅਸੀਂ ਨਫ਼ਰਤ ਕਰਾਂਗੇ। ਇਸੇ ਬੇਸ 'ਤੇ ਜਿੰਨੇ ਮਾਡਰਨ ਮੈਡੀਕਲ ਸਿਸਟਮ ਦੇ ਗ੍ਰੈਜੂਏਟ ਨਿਕਲਦੇ ਆ ਜਾਂ ਪੋਸਟ ਗ੍ਰੈਜੂਏਟ ਨਿਕਲਦੇ ਆ, ਉਹ ਬਾਕੀ ਸਿਸਟਮਾਂ ਨੂੰ ਟਰੈਸ਼ ਸਮਝਦੇ ਆ, ਕੂੜਾ ਸਮਝਦੇ ਆ। ਉਹ ਕਹਿੰਦੇ ਜੀ ਇਹ ਬਸ ਸਾਇੰਸ ਸਾਡੀ ਹੈ, ਬਾਕੀ ਸਾਰਾ ਜਿਹੜਾ ਇਹ ਐਵੇਂ ਹੀ ਹੈ, ਵਹਿਮ ਪ੍ਰਸਤੀ ਹੈ, ਝੂਠ ਹੈ ਅਤੇ ਜਿਹੜੀ ਹੈ ਕੁਐਕਰੀ ਹੈ।
ਇਹ ਕਿਤੇ ਨਾ ਕਿਤੇ ਜਿਹੜਾ ਇੱਕ ਬਹੁਤ ਵੱਡਾ ਸਾਡੇ ਸਿਰ ਦੇ ਉੱਪਰ ਝੂਠ ਦਾ ਪਹਾੜ ਲੱਦ ਦਿੱਤਾ ਗਿਆ, ਉਹਦੇ ਕਰਕੇ ਅਸੀਂ ਇੱਕ ਅਜੀਬ ਕਿਸਮ ਦੇ ਹਾਲਾਤ ਫਸ ਗਏ ਹਾਂ ਕਿ ਅਸੀਂ ਬਿਮਾਰ ਹੁੰਦੇ ਹਾਂ, ਫਿਰ ਬਿਮਾਰ ਹੋ ਕੇ ਇੱਕ ਹਸਪਤਾਲ ਜਾਂਦੇ ਹਾਂ, ਫਿਰ ਹਸਪਤਾਲ 'ਚ ਟੈਸਟ ਹੁੰਦੇ ਆ, ਫਿਰ ਟੈਸਟ ਹੋ ਕੇ ਕੋਈ ਰਿਪੋਰਟਾਂ ਆਉਂਦੀਆਂ ਨੇ, ਫਿਰ ਰਿਪੋਰਟਾਂ ਤੋਂ ਅਸੀਂ ਕੋਈ ਸਿੱਟਾ ਕੱਢਦੇ ਹਾਂ ਵੀ ਫਲਾਂ ਬਿਮਾਰੀ ਹੈ, ਫਿਰ ਫਲਾਂ ਬਿਮਾਰੀ ਦੀ ਲਿਟਰੇਚਰ ਦੇਖਦੇ ਹਾਂ, ਫਿਰ ਕਿਹਦੀ ਇਲਾਜ ਕੋਈ ਹੈ, ਤਾਂ ਉਹ ਕਿਤੇ ਨਾ ਕਿਤੇ ਅਸੀਂ ਉਲਝ ਜਾਂਦੇ ਹਾਂ, ਉਹਨੂੰ ਤੋੜ ਕੱਲੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਕਿ ਫੈਕਚੁਅਲੀ ਇੱਦਾਂ ਨਹੀਂ ਹੈ, ਟਰੂਥ ਇੱਦਾਂ ਨਹੀਂ ਹੈ, ਸੱਚ ਇੱਦਾਂ ਨਹੀਂ ਹੈ। ਸੱਚ ਇਹ ਹੈ ਕਿ ਸਰੀਰ ਦੇ ਅੰਦਰ ਕੁਛ, ਜਦੋਂ ਸਰੀਰ ਜਿਉਂਦਾ ਹੈ, ਜਦੋਂ ਸਰੀਰ ਖਾਂਦਾ ਪੀਂਦਾ ਸਾਹ ਲੈਂਦਾ, ਤਾਂ ਉਹਦੇ ਅੰਦਰ ਕੁਛ ਨਾ ਕੁਛ ਵਿਗਾੜ ਪੈਣ ਦੀ ਸੰਭਾਵਨਾ ਹੁੰਦੀ ਹੈ, ਕਿਉਂਕਿ ਆਲੇ ਦੁਆਲੇ 'ਚ ਵਿਗਾੜ ਹੈ, ਜੋ ਅਸੀਂ ਲੈ ਰਹੇ ਹਾਂ ਉਹਦੇ 'ਚ ਵਿਗਾੜ ਹੈ। ਤਾਂ ਉਹਦੇ 'ਚ ਜੇ ਆਪਾਂ ਉਹਨੂੰ ਸਮ ਅਪ ਕਰਨਾ ਚਾਹੀਏ ਤਾਂ ਸਰੀਰ ਨੂੰ ਲਗਾਤਾਰ ਡੀਟੌਕਸੀਫਿਕੇਸ਼ਨ, ਰਿਪੇਅਰ, ਰੀਜੂਵੀਨੇਸ਼ਨ ਅਤੇ ਰੀਜਨਰੇਸ਼ਨ, ਇਹ ਸਰੀਰ 'ਚ ਨੋਰਮਲੀ ਚੱਲਦੇ ਆ। ਇਹ ਸਰੀਰ ਦੇ ਗੁਣ ਨੇ, ਇਹ ਸਾਰੇ ਸਰੀਰ ਦੇ ਗੁਣ ਨੇ, ਅਸੀਂ ਨਹੀਂ ਕਰਨਾ ਕੁਛ ਵੀ, ਸਰੀਰ ਦੇ ਗੁਣ ਨੇ। ਡੀਟੌਕਸੀਫਿਕੇਸ਼ਨ ਦਾ ਮਤਲਬ ਕੀ ਹੈ ਕਿ ਸਰੀਰ ਜਦੋਂ ਜਿਉਂਦਾ ਆਪਣੀਆਂ ਜੀਵਨ ਸਰਗਰਮੀਆਂ ਕਰਦਾ ਹੈ, ਤਾਂ ਉਹਦੇ ਅੰਦਰ ਕੁਛ ਟੌਕਸਿਨਸ ਇਕੱਠੇ ਹੋ ਜਾਂਦੇ ਆ, ਕੁਛ ਹਵਾ ਤੋਂ ਆ ਜਾਂਦੇ ਆ, ਕੁਛ ਪਾਣੀ ਤੋਂ ਆ ਜਾਂਦੇ ਆ, ਕੁਛ ਭੋਜਨ ਤੋਂ ਆ ਜਾਂਦੇ ਆ, ਕੁਛ ਸਾਡੇ ਸੋਚਣ ਤੋਂ ਆ ਜਾਂਦੇ ਆ, ਜੇ ਗਲਤ ਮਲਤ ਸੋਚਦੇ ਹਾਂ, ਕੁਛ ਸਾਡੇ ਅੰਦਰ ਜਿਹੜਾ ਲਗਾਤਾਰ ਜਿਹੜਾ ਭੱਜ ਦੌੜ ਹੁੰਦੀ ਹੈ, ਫੂਡ ਹਜਮ ਹੁੰਦਾ ਹੈ, ਸਾਡਾ ਸਰੀਰ ਚੱਲਦਾ, ਉਹਦੇ 'ਚ ਵੇਸਟ ਮਟੀਰੀਅਲ ਕ੍ਰੀਏਟ ਹੁੰਦਾ, ਜਿਹੜਾ ਕਿ ਅਸੀਂ ਕੱਢਦੇ ਹਾਂ, ਗੁਰਦੇ ਸੁੱਸੂ ਦੀ ਸ਼ਕਲ 'ਚ ਕੱਢਦੇ ਹਾਂ, ਪਸੀਨੇ ਦੀ ਸ਼ਕਲ 'ਚ ਕੱਢਦੇ ਹਾਂ, ਲਿਵਰ ਨੂੰ ਡੀਟੌਕਸੀਫਾਈ ਕਰਦਾ ਹੈ, ਫੇਫੜਿਆਂ ਦੀ ਸ਼ਕਲ 'ਚ ਕੱਢਦੇ ਹਾਂ, ਤਾਂ ਲਗਾਤਾਰ ਸਾਨੂੰ ਡੀਟੌਕਸੀਫਿਕੇਸ਼ਨ ਕਰਨੀ ਪੈਂਦੀ ਹੈ। ਜ਼ਹਿਰਾਂ ਨੂੰ ਬਾਹਰ ਕੱਢਣਾ ਪੈਂਦਾ, ਜ਼ਹਿਰਾਂ ਨੂੰ ਬਾਹਰ ਕੱਢਣਾ ਪੈਂਦਾ। ਜ਼ਹਿਰ ਸਾਡੇ ਸਰੀਰ 'ਚ ਪੈਦਾ ਹੋਣੇ ਜਾਂ ਬਾਹਰੋਂ ਆਉਣੇ ਕੁਦਰਤੀ ਨੇ, ਕਿਉਂਕਿ ਅਸੀਂ ਤਿੰਨ ਤੱਤਾਂ ਨਾਲ ਜੁੜੇ ਹੋਏ ਹਾਂ, ਹਵਾ, ਪਾਣੀ, ਮਿੱਟੀ ਨਾਲ, ਅਤੇ ਮਿੱਟੀ ਤੋਂ ਪੈਦਾ ਹੋਏ ਭੋਜਨ ਨਾਲ। ਸੋ ਉਹ ਜਿਹੜੀ ਸਾਡੀ ਕਨੈਕਟੀਵਿਟੀ ਹੈ, ਸਾਡੀ ਉਹਨਾਂ ਨਾਲ ਲੈਣ ਦੇਣ ਹੈ, ਉੱਥੋਂ ਜ਼ਹਿਰ ਗਾਉਂਦੇ ਆ, ਅਤੇ ਉਹਨੂੰ ਅਸੀਂ ਜ਼ਹਿਰਾਂ ਨੂੰ ਬਾਹਰ ਕੱਢਣਾ ਪੈਂਦਾ, ਉਹਨੂੰ ਅਸੀਂ ਕਹਿੰਦੇ ਡੀਟੌਕਸੀਫਿਕੇਸ਼ਨ। ਫਿਰ ਦੂਸਰਾ ਆ ਗਿਆ ਰਿਪੇਅਰ ਵਰਕ, ਯਾਨੀ ਕਿ ਮੁਰੰਮਤ ਕਰਨੀ ਹੈ, ਕਿਉਂਕਿ ਜਦੋਂ ਇਹ ਸਾਰਾ ਕੁਛ ਹੁੰਦਾ ਟੌਕਸਿਨਸ ਦੇ ਅੰਦਰ ਆ ਗਏ, ਤਾਂ ਸਾਡੇ ਸਰੀਰ ਨੂੰ ਕੁਛ ਭੰਨ ਤੋੜ ਕਰਦਾ, ਸਾਡੇ ਅੰਦਰ ਕੁਛ ਚੀਜ਼ਾਂ ਦੀ ਉਹਦੇ 'ਚ ਨੁਕਸ ਪੈਂਦੇ ਆ, ਜਿਹਨੂੰ ਭੱਜ ਤੋੜ ਕਹਿ ਸਕਦੇ ਆਪਾਂ, ਮੁੱਟੇ ਜੇ, ਤਾਂ ਜਿਹੜੀ ਭੱਜ ਤੋੜ ਹੁੰਦੀ ਹੈ ਉਹਦੀ ਰਿਪੇਅਰ ਵਰਕ ਕਰਨੀ ਪੈਂਦੀ ਹੈ। ਤੀਸਰਾ ਹੈ ਰੀਜੂਵੀਨੇਸ਼ਨ, ਯਾਨੀ ਕਿ ਕੋਈ ਚੀਜ਼ ਜਿਹੜੀ ਸੁਸਤ ਹੋ ਗਈ ਉਹਨੂੰ ਫਿਰ ਤੋਂ ਚੁਸਤ ਕਰਨਾ ਪੈਂਦਾ। ਸਾਡਾ ਸਿਸਟਮ ਕਮਜ਼ੋਰ ਪੈ ਗਿਆ ਕੁਛ ਕਾਰਨਾਂ ਕਰਕੇ, ਚਾਹੇ ਜ਼ਹਿਰਾਂ ਕਰਕੇ ਪੈ ਗਿਆ, ਚਾਹੇ ਕੋਈ ਸਾਡੇ ਉੱਪਰ ਕੋਈ ਦੁੱਖਾਂ ਦਾ ਪਹਾੜ ਗਿਰ ਗਿਆ, ਉਹਦੇ ਕਰਕੇ ਅਸੀਂ ਦੱਬ ਗਏ, ਜਾਂ ਕੋਈ ਨਾ ਕੋਈ ਬੱਚੇ 'ਤੇ ਕੋਈ ਜ਼ੁਲਮ ਹੋ ਗਿਆ, ਕਿਸੇ ਨੇ ਕਿਸੇ ਨੂੰ ਮਾਰ ਕੁੱਟ ਕਰਤੀ, ਵੀ ਜਿਹਦੇ ਨਾਲ ਬੰਦਾ ਉਹਦਾ ਸਿਸਟਮ ਸਲੋ ਹੋ ਗਿਆ, ਮੈਂਟਲ ਜਾਂ ਫਿਜ਼ੀਕਲ ਪ੍ਰੈਸ਼ਰ ਜੋ ਵੀ ਕੁਛ, ਤਾਂ ਉਹ ਸਲੋ ਨੂੰ ਫਿਰ ਮੁੜ ਕੇ ਫਿਰ ਉਹਨੂੰ ਫਿਰ ਜਗਾਉਣਾ, ਤਾਂ ਕਿ ਉਹ ਸਾਰਾ ਕੁਝ ਆਪਣਾ ਠੀਕ ਠਾਕ ਕਰ ਸਕੇ, ਉਹਨੂੰ ਕਹਿੰਦੇ ਰੀਜੂਵੀਨੇਸ਼ਨ ਅੰਗਰੇਜ਼ੀ 'ਚ। ਫਿਰ ਆ ਗਿਆ ਰੀਜਨਰੇਸ਼ਨ, ਯਾਨੀ ਕਿ ਜਿਹੜੀ ਚੀਜ਼ ਮਰ ਗਈ, ਸਾਡੇ ਸਰੀਰ 'ਚ ਕਰੋੜਾਂ ਸੈੱਲ ਰੋਜ਼ ਮਰਦੇ ਆ ਅਤੇ ਰੋਜ਼ ਨਵੇਂ ਬਣਦੇ ਆ, ਰੀਜਨਰੇਟ ਕਰਨੇ ਪੈਂਦੇ ਉਹਨੂੰ। ਇਹ ਨੋਨ ਹੈ ਕਿ ਸਾਡੇ ਸਰੀਰ ਦੇ ਅੰਦਰ ਹੱਡੀਆਂ ਸਮੇਤ, ਹੱਡੀਆਂ ਵੀ ਜਿਹੜੀਆਂ 5-7 ਸਾਲ 'ਚ ਨਵੀਆਂ ਹੋ ਜਾਂਦੀਆਂ ਨੇ, ਅਤੇ ਸਾਡੇ ਜਿਹੜੀ ਸਭ ਤੋਂ ਤੇਜ਼ੀ ਨਾਲ ਬਦਲਦਾ ਸਾਡੇ ਮੂੰਹ ਦੀ ਅੰਦਰਲੀ ਲਾਈਨਿੰਗ ਹੈ, ਉਹ ਦਿਨ 'ਚ ਕਈ ਵਾਰੀ ਬਦਲ ਜਾਂਦੀ ਹੈ, ਘੰਟਿਆਂ ਬਾਅਦ ਹੀ ਬਦਲ ਜਾਂਦੀ ਹੈ। ਤੁਸੀਂ ਦੇਖਿਆ ਝਿੱਲੀ ਹੁੰਦੀ ਜਿਹੜੀ, ਤੁਸੀਂ ਦੇਖਿਆ ਹੋਣਾ ਕਿ ਅੰਦਰ ਜੇ ਮਾੜਾ ਮੋਟਾ ਜਲ ਜੇ ਤਾਂ ਸ਼ਾਮ ਤੱਕ ਠੀਕ ਹੋ ਜਾਂਦਾ, ਕਿਉਂਕਿ ਪੁਰਾਣਾ ਉਤਰ ਜਾਂਦਾ, ਨਵਾਂ ਆ ਜਾਂਦਾ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਵਰਤਾਰਾ ਹੈ DRRR, ਡੀਟੌਕਸੀਫਿਕੇਸ਼ਨ, ਰਿਪੇਅਰ, ਰੀਜੂਵੀਨੇਸ਼ਨ ਅਤੇ ਰੀਜਨਰੇਸ਼ਨ, ਇਹ ਲਗਾਤਾਰ ਬਾਡੀ 'ਚ ਚੱਲਦਾ। ਜਦੋਂ ਇਹ ਸੁਸਤ ਹੋਏਗਾ, ਜਦੋਂ ਇਹ ਥੋੜ੍ਹਾ ਜਿਹਾ ਪਛੜ ਜਾਏਗਾ, ਅਤੇ ਉਹਦੇ ਨਾਲ ਕੀ ਹੋਏਗਾ ਕਿ ਉਹ ਜਿਹੜੇ ਟੌਕਸਿਨ ਇਕੱਠੇ ਹੋ ਜਾਣਗੇ। ਜਦੋਂ ਟੌਕਸਿਨ ਇਕੱਠੇ ਹੋਣਗੇ, ਮੰਨ ਲਓ ਤੁਹਾਡਾ ਸਿਸਟਮ ਸਲੋ ਹੋ ਗਿਆ ਅਤੇ ਉਹ ਡੀਟੌਕਸੀਫਾਈ ਨਹੀਂ ਕਰ ਪਾ ਰਿਹਾ ਆਪਣੇ ਆਪ ਨੂੰ, ਤਾਂ ਤੁਸੀਂ ਅੱਜ ਇਕੱਠੇ ਹੋਏ ਟੌਕਸਿਨ ਥੋੜ੍ਹੇ ਜਿਹੇ, ਉਹ ਸਰੀਰ ਕੱਢ ਨਹੀਂ ਪਾਇਆ, ਕੱਲ੍ਹ ਨੂੰ ਹੋਰ ਆ ਜਾਣਗੇ, ਉਹ ਵੀ ਨਹੀਂ ਕੱਢ ਪਾਇਆ, ਉਹਦਾ ਕੁਛ ਹਿੱਸਾ ਰਹਿ ਗਿਆ, ਪਰਸੋਂ ਨੂੰ ਹੋਰ ਆ ਗਿਆ, ਉਹਦਾ ਕੁਛ ਇਕੱਠੇ ਹੋ ਜਾਂਦੇ, ਪੌੜੀ ਦਰ ਪੌੜੀ, ਉਹ ਪਹਾੜ ਬਣ ਜਾਂਦਾ ਅੰਦਰ। ਜਿਵੇਂ ਕੂੜਾ ਆਪਣਾ ਸੁੱਟਣਾ ਸ਼ੁਰੂ ਕਰ ਦਈਏ ਕਿਤੇ, ਅਤੇ ਰੋਜ਼ ਥੋੜ੍ਹਾ ਕੂੜਾ ਸੁੱਟੀ ਜਾਈਏ, ਤਾਂ ਮਹੀਨੇ 2 ਮਹੀਨੇ 4 ਮਹੀਨੇ ਬਾਅਦ ਆਪਾਂ ਉੱਥੇ ਢੇਰ ਲੱਗ ਜਾਏਗਾ। ਤਾਂ ਇੱਦਾਂ ਹੀ ਅੰਦਰ ਵੀ ਕੂੜੇ ਦਾ ਢੇਰ ਲੱਗ ਜਾਂਦਾ, ਫਿਰ ਆ ਕੇ ਬਿਮਾਰ ਹੁੰਦਾ ਬੰਦਾ। ਬਿਮਾਰੀ ਦਾ ਮਤਲਬ ਹੈ ਕਿ ਤੁਹਾਡੇ ਸਰੀਰ 'ਚ ਕੂੜੇ ਦਾ ਢੇਰ ਲੱਗ ਗਿਆ। ਇੱਦਾਂ ਹੀ ਬਾਕੀ ਤਿੰਨੋਂ ਨੇ, ਉਹ ਚਾਹੇ ਰਿਪੇਅਰ ਵਰਕ ਹੈ, ਉਹਦੇ ਵਿੱਚ ਵੀ ਦਿੱਕਤ ਆਊਗੀ, ਲਗਾਤਾਰ ਕਰਨਾ ਪਏਗਾ, ਉਹ ਵੀ ਸਲੋ ਹੋ ਸਕਦਾ ਹੈ, ਰੀਜੂਵੀਨੇਸ਼ਨ ਵੀ ਸਲੋ ਹੋ ਸਕਦੀ ਹੈ, ਅਤੇ ਰੀਜਨਰੇਸ਼ਨ ਜਿਹੜੀ ਉਹ ਵੀ ਸਲੋ ਹੋ ਸਕਦੀ ਹੈ। ਸੋ ਇਹ ਜਿਹੜਾ ਕੰਮ ਹੈ, ਇਹ ਲਗਾਤਾਰ ਹੋਣਾ ਬਹੁਤ ਜ਼ਰੂਰੀ ਹੁੰਦਾ, ਅਤੇ ਜਦੋਂ ਇਹ ਸਲੋ ਹੁੰਦਾ, ਇਹ ਪ੍ਰਕਿਰਿਆ
ਕਮਜ਼ੋਰ ਪੈਂਦੀ ਹੈ ਤਾਂ ਇਹਨੂੰ ਫਿਰ ਤਕੜਾ ਕਰਨਾ ਹੁੰਦਾ ਹੈ। ਸਾਡੀ ਚੇਤਨਾ ਦਾ ਸਾਡੀ ਬੁੱਧੀ ਦਾ ਕੀ ਰੋਲ ਹੈ ਕਿ ਅਸੀਂ DRRR ਨੂੰ ਫਿਰ ਮੁੜ ਕੇ ਜਗਾਈਏ। ਅਤੇ ਉਹਦੇ 'ਚ ਜਿਹੜਾ ਰੋਲ ਆਉਂਦਾ ਉਹ ਸਾਡੇ ਨੈਚੁਰਲ ਫੂਡ ਦਾ, ਐਕਸਰਸਾਈਜ਼ ਦਾ, ਮੈਡੀਟੇਸ਼ਨ ਦਾ, ਕੁਆਂਟਮ ਹੀਲਿੰਗ ਦਾ, ਇਹ ਸਾਰੇ ਰੋਲ ਕੀ ਨੇ? DRRR ਨੂੰ ਸਟਰੋਂਗ ਕਰਨਾ, DRRR ਨੂੰ ਮਜ਼ਬੂਤ ਕਰਨਾ। ਫਿਰ ਮੁੜ ਕੇ ਅਲੱਗ-ਅਲੱਗ ਰਿਸ਼ੀਆਂ ਨੇ, ਅਲੱਗ-ਅਲੱਗ ਮਹਾਤਮਾਵਾਂ ਨੇ, ਅਲੱਗ-ਅਲੱਗ ਗੁਰੂਆਂ ਨੇ ਅਲੱਗ-ਅਲੱਗ ਸ਼ਬਦਾਵਲੀ ਵਰਤੀ ਹੈ। ਤੁਸੀਂ ਪਾਓਗੇ ਉਪਨਿਸ਼ਦਾਂ 'ਚ ਵੀ ਇਹਦਾ ਵਰਣਨ ਹੈ, ਆਯੁਰਵੇਦ ਦੀਆਂ ਜਿਹੜੇ ਗ੍ਰੰਥ ਨੇ ਉਹ 'ਚ ਵੀ ਇਹਦਾ ਵਰਣਨ ਹੈ, ਗੁਰਬਾਣੀ 'ਚ ਵੀ ਇਹਦਾ ਵਰਣਨ ਹੈ। ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗੇਗਾ ਕਿ ਸਾਰੇ ਕਿਤੇ ਨਾ ਕਿਤੇ ਇਹੋ ਜਿਹੀ ਸਾਰੇ ਪ੍ਰਕਿਰਿਆ ਦਾ ਵਰਣਨ ਹੈ ਕਿ ਕਿਸ ਢੰਗ ਦੇ ਨਾਲ ਅਸੀਂ ਆਪਣੇ ਆਪ ਨੂੰ, ਸਰੀਰ ਨੂੰ, ਆਪਣੇ ਸਰੀਰ ਦੀ ਊਰਜਾ ਨੂੰ ਫਿਰ ਮੁੜ ਕੇ ਪ੍ਰਚੰਡ ਕਰਨਾ। ਪ੍ਰਚੰਡ ਲਫ਼ਜ਼ ਬੜਾ ਸੋਹਣਾ ਕਿ ਅਗਨੀ ਜਿਹੜੀ ਹੈ ਉਹ ਸਲੋ ਹੋ ਰਹੀ ਹੈ। ਤੁਹਾਡੀ ਜਿਹੜੀ ਜੀਵਨੀ ਸ਼ਕਤੀ ਹੈ ਸਲੋ ਹੋ ਰਹੀ ਹੈ, ਉਹਨੂੰ ਫਿਰ ਮੁੜ ਕੇ ਪ੍ਰਚੰਡ ਕਰਨਾ। ਅਤੇ ਉਹਦੇ 'ਚ ਜਿਹੜਾ ਰੋਲ ਹੈ ਸਾਡਾ ਚੇਤਨ ਰੋਲ ਹੈ ਕਿ ਅਸੀਂ ਕੁਛ ਇਹੋ ਜਿਹੀਆਂ ਸਾਡੇ ਰਿਸ਼ੀਆਂ ਮੁਨੀਆਂ ਤੋਂ ਲੈ ਕੇ ਵੈਸਟਰਨ ਕੰਟਰੀ ਨੂੰ ਤਾਂ ਕੁਆਂਟਮ ਫੀਲਿੰਗ ਹੁਣ ਸਮਝ ਆਈ ਵੀ ਜਿਹੜੀ ਸਭ ਤੋਂ ਵਧੀਆ ਹੀਲਿੰਗ ਹੁੰਦੀ ਹੈ ਉਹ ਇੱਕ ਤਾਂ ਹੀਲਿੰਗ ਅਤੇ ਟਰੀਟਮੈਂਟ 'ਚ ਫਰਕ ਸਮਝ ਲਈਏ। ਜੋ ਮੈਂ ਗੱਲ ਕਰ ਰਿਹਾ ਇਹਨੂੰ ਹੀਲਿੰਗ ਕਹਿੰਦੇ ਹਾਂ ਅਸੀਂ। ਇਹ ਕੋਈ ਟਰੀਟਮੈਂਟ ਨਹੀਂ ਹੈ, ਬਿਮਾਰੀ ਦੀ ਟਰੀਟਮੈਂਟ ਨਹੀਂ ਹੈ। ਅਸੀਂ ਬਾਡੀ ਨੂੰ ਹੀਲ ਕਰ ਰਹੇ ਹਾਂ। ਬਾਡੀ ਹੀਲ ਕੀਤੀ ਜਾਂਦੀ ਹੈ। ਐਲੋਪੈਥੀ ਦੇ ਨਾਲ ਬਿਮਾਰੀਆਂ ਕਿਉਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬਿਮਾਰੀ ਚੱਲ ਜਾਵੇ। ਬਾਡੀ ਬਾਰੇ ਕੁਝ ਨਹੀਂ ਪਤਾ ਉਹਨਾਂ ਨੂੰ ਵੀ ਬਾਡੀ ਕਿੱਦਾਂ ਕੰਮ ਕਰਦੀ ਹੈ, ਉਹਦੇ ਬਾਰੇ ਕੋਈ ਸਮਝ ਵੀ ਨਹੀਂ ਹੈ ਉਹਨਾਂ ਕੋਲ। ਤਾਂ ਉਹ ਬਿਮਾਰੀਆਂ ਨੂੰ ਦੇ ਉੱਪਰ ਅਟੈਕ ਕਰਦੇ ਆ। ਬਿਮਾਰੀਆਂ ਦਾ ਅਟੈਕ ਕਿੱਦਾਂ ਕਰਨਗੇ? ਮੰਨ ਲਓ ਕੋਈ ਬੈਕਟੀਰੀਆ ਆ ਗਿਆ, ਤੁਹਾਨੂੰ ਬਿਮਾਰ ਕਰਨ ਲੱਗਾ ਤਾਂ ਬੈਕਟੀਰੀਆ ਮਾਰ ਦਿਓ। ਜੇ ਕੈਂਸਰ ਸੈੱਲ ਮਰ ਗਏ ਆ ਗਏ ਤਾਂ ਉਹਨੂੰ ਦੇ ਕੇ, ਜ਼ਹਿਰ ਦੇ ਕੇ, ਰੇਡੀਏਸ਼ਨ ਦੇ ਕੇ ਮਾਰ ਦਿਓ। ਕੁਛ ਨਾ ਕੁਛ ਮਤਲਬ ਉਹ ਜੇ ਕੋਈ ਦਰਦ ਹੋ ਰਹੀ ਹੈ ਤਾਂ ਉਹਨੂੰ ਦਰਦ ਨੂੰ ਦਬਾ ਦਿਓ ਕੈਮੀਕਲ ਦੇ ਕੇ। ਤਾਂ ਇਹ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਬਿਮਾਰੀਆਂ ਨੂੰ ਟਰੀਟ ਕਰਨ ਦਾ ਅਤੇ ਹੀਲਿੰਗ ਹੈ, ਇਹ ਦੋ ਵੱਖਰੀਆਂ ਪ੍ਰਕਿਰਿਆਵਾਂ ਨੇ। ਹੀਲਿੰਗ ਦਾ ਮਤਲਬ ਹੈ ਤੁਸੀਂ ਬਾਡੀ ਨੂੰ ਹੀਲ ਕਰਨਾ, ਯਾਨੀ ਕਿ DRRR ਨੂੰ ਸਟਰੋਂਗ ਕਰਨਾ। ਬਸ ਉਹਨੂੰ ਅਸੀਂ ਕਹਿੰਦੇ ਹੀਲਿੰਗ। ਤਾਂ ਹੀ ਜਿਹੜੇ ਨੇ ਈਵਨ ਗੁਰੂ ਕਹਿੰਦੇ ਰਹੇ ਆ ਹੀਲਰ। ਮਤਲਬ ਬੁੱਧ ਵੀ ਕਹਿੰਦਾ ਸੀ ਕਿ ਮੈਂ ਹੀਲਰ ਹਾਂ, ਮੈਂ ਇੱਕ ਵੈਦ ਹਾਂ, ਮੈਂ ਹੀਲਰ ਹਾਂ। ਅਤੇ ਮੇਰਾ ਕੰਮ ਹੈ ਕਿ ਜੋ ਸਰੀਰ ਦਾ, ਆਤਮਾ ਦਾ, ਮਨ ਦਾ ਰੋਗ ਹੈ, ਮਨ ਦੀ ਜਿਹੜੀ ਕੁਛ ਕਮਜ਼ੋਰੀ ਪਈ ਹੈ, ਉਹਨੂੰ ਠੀਕ ਕਰਨਾ। ਅਤੇ ਉਹ ਮੈਡੀਟੇਸ਼ਨ ਨਾਲ ਜਾਂ ਜਿਹੜੇ ਗਿਆਨ ਦੀ ਸ਼ਕਤੀ ਨਾਲ ਠੀਕ ਕਰਦੇ ਸੀਗੇ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਇਹ ਵਰਤਾਰਾ ਹੈ ਹੀਲਿੰਗ ਦਾ। ਹੀਲਿੰਗ ਇਜ਼ ਬਿਲਕੁਲ ਹੀਲਿੰਗ ਦਾ ਕਨਸੈਪਟ ਜਿਹੜਾ ਹੈ ਇਹ ਵੈਸਟਰਨ ਮੈਡੀਸਨ 'ਚ ਨਹੀਂ ਹੈ। ਵੈਸਟਰਨ ਮੈਡੀਸਨ ਟਰੀਟਮੈਂਟ ਦਾ ਕਨਸੈਪਟ ਹੈ। ਅਤੇ ਟਰੀਟਮੈਂਟ ਹੈ ਕਿ ਡਿਜ਼ੀਜ਼ ਪ੍ਰੋਸੈਸ ਨੂੰ ਅਟੈਕ ਕਰੋ, ਡਿਜ਼ੀਜ਼ ਪ੍ਰੋਸੈਸ ਨੂੰ ਅਟੈਕ ਕਰੋ, ਡਿਜ਼ੀਜ਼ ਦੇ ਸਿੰਪਟਮ ਨੂੰ ਅਟੈਕ ਕਰੋ, ਜਾਂ ਡਿਜ਼ੀਜ਼ ਦੇ ਕਰਨ ਵਾਲੇ ਜਿਹੜੇ ਉਹਦੇ 'ਚ ਰੂਟ ਕਾਜ਼ ਜਿਹੜੀ ਹੈ ਉਹਦੇ 'ਚ ਬਹੁਤੀ ਵਾਰੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਬਹੁਤ ਥੋੜ੍ਹੀਆਂ ਬਿਮਾਰੀਆਂ ਤੁਸੀਂ ਪਾਓਗੇ ਕਿ ਹੁਣ ਉਹ ਵੀ ਲੇਟਲੀ ਸ਼ੁਰੂ ਹੋਇਆ ਪਿਛਲੇ 20 ਸਾਲ ਤੋਂ, 25 ਸਾਲ ਤੋਂ, ਕਿ ਹੁਣ ਵੈਸਟਰਨ ਮੈਡੀਸਨ ਦੇ ਅੰਦਰ ਵੀ ਇੱਕ ਵਰਤਾਰਾ ਆ ਰਿਹਾ ਕਿ ਭਾਈ ਬਿਮਾਰੀਆਂ ਦੀ ਜੜ੍ਹ ਨੂੰ ਸਮਝੋ। ਇਹ ਕੀ ਕਰ ਰਹੇ ਹੋ ਤੁਸੀਂ? ਉਹ ਦੇਖ ਕੇ ਜਦੋਂ ਪੂਰੀ ਫੇਲਰ ਆਈ, ਜਦੋਂ ਸਾਰਾ ਸਿਸਟਮ ਫਲੋਪ ਕਰਨ ਲੱਗਿਆ, ਐਂਟੀਬਾਇਓਟਿਕ ਜਾ ਕੇ ਬੇਅਸਰ ਹੋ ਗਏ, ਕੈਂਸਰ ਦੀ ਟਰੀਟਮੈਂਟ ਦੇ ਉੱਪਰ ਜਿਹੜਾ ਨੁਕਤਾਚੀਨੀ ਹੋਣ ਲੱਗੀ ਹੈ, ਕਿਆ ਕਰ ਰਹੇ ਹੋ ਤੁਸੀਂ ਕੈਮੀਕਲ ਦੇ ਕੇ ਸਾਰੀ ਬੋਡੀ ਨੂੰ ਜ਼ਹਿਰਾਂ ਨਾਲ ਭਰ ਦਿੰਦੇ ਹੋ, ਰੇਡੀਏਸ਼ਨ ਦੇ ਕੇ ਸਾੜ ਦਿੰਦੇ ਹੋ, ਅਤੇ ਉਹਦਾ ਕਿਆ ਕਰ ਕੀ ਰਹੇ ਹੋ ਤੁਸੀਂ? ਫਿਰ ਹੌਲੀ ਹੌਲੀ ਹੁਣ ਚੇਤਨਾ ਆ ਰਹੀ ਹੈ ਮਾਡਰਨ ਮੈਡੀਕਲ ਸਿਸਟਮ ਦੇ ਡਾਕਟਰਾਂ 'ਚ, ਵਿਗਿਆਨੀਆਂ 'ਚ ਕਿ ਭਾਈ ਕੁਛ ਸਿੱਖੋ, ਜੜ੍ਹ 'ਤੇ ਕੰਮ ਕਰੋ। ਤਾਂ ਆਪਾਂ ਜਿਹੜੀ ਹੀਲਿੰਗ ਹੈ ਉਹ ਜੜ੍ਹ 'ਤੇ ਕੰਮ ਕਰਦੀ ਹੈ। ਹੀਲਿੰਗ ਦਾ ਮਤਲਬ ਹੈ ਕਿ ਤੁਸੀਂ ਉਹ ਸਾਰੀ ਪ੍ਰਕਿਰਿਆ ਜਿਹਦਾ ਕਾਰਨ ਹੈ ਉਹਨੂੰ ਹੀਲ ਕਰੋ, ਉਹਨੂੰ ਠੀਕ ਕਰੋ। ਤਾਂ ਇਹ ਕਿਤੇ ਨਾ ਕਿਤੇ ਵਰਤਾਰਾ ਜਿਹੜਾ ਹੀਲਿੰਗ ਦਾ ਅਤੇ ਉਹਦਾ ਹੈਗਾ। ਦੂਜਾ ਜਿਹੜੀ ਗੱਲ ਆਪਾਂ ਕੁਆਂਟਮ ਹੀਲਿੰਗ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਇੱਕ ਵਿਜ਼ੂਅਲਾਈਜ਼ ਕਰ ਲਈਏ ਜੋ ਆਪਾਂ ਪਿਛਲੀ ਐਪੀਸੋਡ ਕੀਤਾ ਸੀਗਾ ਕਿ ਸਾਡੇ ਉੱਪਰ ਊਰਜਾ ਦਾ ਸਭ ਤੋਂ ਵੱਡਾ ਛਤਰ ਜਿਹੜਾ ਵੱਡਾ, ਜਿੰਨਾ ਮਰਜ਼ੀ ਉਹਨੂੰ ਕਰਕੇ ਕਰ ਲਓ, ਕਿਉਂਕਿ ਅੰਤਹੀਨ ਆ, ਉਹ ਅੰਤਹੀਨ ਛਤਰ ਹੈ। ਉਹ ਹੈ ਕਾਸਮਿਕ ਊਰਜਾ ਦਾ, ਅਸਮਾਨ ਊਰਜਾ ਦਾ ਭਰਿਆ ਹੋਇਆ ਆਕਾਸ਼। ਉਹ ਅੰਤਹੀਨ ਹੈ, ਅੰਤਹੀਨ ਹੈ। ਉਹ ਸਭ ਤੋਂ ਵੱਡਾ ਛਤਰ ਹੈ, ਸੁਪਰ ਛਤਰ। ਉਸ ਦੇ ਥੱਲੇ ਛਤਰ ਕਿਹੜਾ ਹੈ? ਉਹਦੇ ਥੱਲੇ ਤਾਰੇ ਨੇ, ਸਟਾਰਸ ਨੇ, ਗਲੈਕਸੀਜ਼ ਨੇ। ਸਾਡੇ ਸੂਰਜ ਦਾ ਛਤਰ ਹੈ ਕਿ ਸਾਡਾ ਸੂਰਜ ਉਸ ਕਾਸਮਿਕ ਊਰਜਾ ਨੂੰ ਇੱਕ ਖਾਸ ਕਿਸਮ ਦੀ ਊਰਜਾ 'ਚ ਬਦਲ ਦਿੰਦਾ, ਜਿਹਨੂੰ ਅਸੀਂ ਧੁੱਪ ਕਹਿੰਦੇ ਹਾਂ, ਸਨਲਾਈਟ ਕਹਿੰਦੇ ਹਾਂ। ਉਹਦਾ ਛਤਰ ਹੈ ਸਾਡੇ ਉੱਪਰ। ਫਿਰ ਅੱਗੇ ਆ ਜਾਓ ਤਾਂ ਸਾਡੀ ਧਰਤੀ ਦੇ ਉੱਪਰ ਸਾਡੇ ਉੱਪਰ ਵੱਡਾ ਸਾਰਾ ਛਤਰ ਹੈ। ਉਹ ਹੈ ਸਾਡੀ ਜਿਹੜੀ ਹਵਾ ਹੈ, ਸਾਡੇ ਅੰਦਰ ਕੁਦਰਤ ਨੇ ਜਿਹੜੀ ਉਹ ਸਾਰੀਆਂ ਗੈਸਿਸ ਦਿੱਤੀਆਂ ਨੇ, ਉਹ ਵੀ ਊਰਜਾ ਦੇ ਸਿਰ 'ਤੇ। ਕਿਉਂਕਿ ਦੇਖੋ ਸਾਰੀ ਜਿੰਨੀ ਹਵਾ ਵੀ ਬਣਦੀ ਹੈ, ਕਿੱਥੋਂ ਬਣਦੀ ਹੈ? ਉਹ ਊਰਜਾ ਤੋਂ ਬਣਦੀ ਹੈ, ਅਤੇ ਊਰਜਾ ਦੇ ਸਿਰ 'ਤੇ ਉਹ ਫਲੋ ਕਰਦੀ ਹੈ। ਤਾਂ ਊਰਜਾ ਉਹਦੇ ਵਿੱਚ ਵੀ ਇਨਬਿਲਟ ਹੈ, ਉਹਦੇ ਅੰਦਰ ਹਵਾ 'ਚ ਸਮਾਈ ਹੋਈ ਊਰਜਾ। ਇਸ ਤਰ੍ਹਾਂ ਪਾਣੀ ਹੈ। ਤੁਸੀਂ ਪਾਣੀ ਦਾ ਦੇਖੋ, ਆਪਾਂ ਪਾਣੀ ਕਹਿ ਦਿੰਦੇ ਹਾਂ ਵੀ ਪਾਣੀ ਪਦਾਰਥ ਹੈ। ਪਾਣੀ ਕੌਣ ਲੈ ਕੇ ਆਇਆ?
ਸਮੁੰਦਰ ਤੋਂ ਪਾਣੀ ਦਾ ਸਮੁੰਦਰ ਸੀਗਾ। ਸਮੁੰਦਰ ਤੋਂ ਕੌਣ ਲੈ ਕੇ ਆਇਆ ਉਹਨੂੰ? ਊਰਜਾ ਲੈ ਕੇ ਆਈ। ਤਾਂ ਊਰਜਾ ਉਸ ਪਾਣੀ ਦੇ ਅੰਦਰ ਵੀ ਸ਼ਾਮਲ ਹੋ ਜਾਂਦੀ ਹੈ ਅਤੇ ਊਰਜਾ ਪਾਣੀ ਨੂੰ ਚੱਕਦੀ ਹੈ, ਫਿਰ ਉਹਨੂੰ ਪਾਣੀ ਦੇ ਵਿੱਚ ਸਮਾ ਕੇ ਫਿਰ ਉਹ ਧਰਤੀ ਦੇ ਉੱਪਰ ਅਲੱਗ-ਅਲੱਗ ਸ਼ਕਲਾਂ 'ਚ ਆਉਂਦੀ ਹੈ। ਤਾਂ ਇਸ ਤਰ੍ਹਾਂ ਸਾਡੇ ਕੋਲ ਅਲੱਗ-ਅਲੱਗ ਜਿਹੜੀਆਂ ਊਰਜਾ ਦੀਆਂ ਸ਼ਕਲਾਂ ਨੇ। ਫਿਰ ਉਸ ਦੇ ਵਿੱਚ ਅਸੀਂ ਗ੍ਰੈਵਿਟੀ 'ਚ ਬੱਝੇ ਹੋਏ ਹਾਂ, ਗ੍ਰੈਵਿਟੇਸ਼ਨਲ ਊਰਜਾ, ਉਹ ਗ੍ਰੈਵਿਟੇਸ਼ਨ ਦੀਆਂ ਵੇਵਜ਼ ਨੇ। ਫਿਰ ਮੈਗਨੇਟਿਜ਼ਮ ਹੈ, ਤੁਸੀਂ ਇਹ ਸਾਰੀਆਂ ਚੀਜ਼ਾਂ ਪਾਓਗੇ। ਅਸੀਂ ਗ੍ਰੈਵਿਟੇਸ਼ਨ ਨਾਲ ਵੀ ਹੀਲਿੰਗ ਕਰ ਸਕਦੇ ਹਾਂ, ਅਸੀਂ ਮੈਗਨੇਟਿਜ਼ਮ ਨਾਲ ਵੀ ਹੀਲਿੰਗ ਕਰ ਸਕਦੇ ਹਾਂ, ਅਸੀਂ ਹੀਟ ਨਾਲ ਵੀ ਹੀਲਿੰਗ ਕਰ ਸਕਦੇ ਹਾਂ। ਧੁੱਪ ਦੀ ਰੋਸ਼ਨੀ ਦੀ ਅੱਗੇ ਫਾਰਮ ਨੇ ਹੀਟ, ਚਾਹੇ ਉਹ ਪਾਣੀ ਗਰਮ ਕਰ ਲਓ, ਚਾਹੇ ਉਹ ਬਿਜਲੀ ਹੈ, ਚਾਹੇ ਫਿਰ ਸਾਊਂਡ ਨਾਲ ਜਿਹੜੀ ਆਵਾਜ਼ ਹੈ ਉਹਦੇ ਨਾਲ ਹੀਲ ਕਰ ਸਕਦੇ ਹਾਂ। ਤਾਂ ਜਿੰਨੀਆਂ ਊਰਜਾ ਦੀਆਂ ਸ਼ਕਲਾਂ ਨੇ ਉਹਦੇ ਨਾਲ ਅਸੀਂ ਹੀਲ ਕਰ ਸਕਦੇ ਹਾਂ। ਅਤੇ ਜਿਹੜੇ ਅਲੱਗ-ਅਲੱਗ ਊਰਜਾ ਦੀਆਂ ਸ਼ਕਲਾਂ ਨੇ, ਹੁਣ ਇਹ ਜਿਹੜੀ ਕੁਆਂਟਮ ਹੀਲਿੰਗ ਆ, ਇਹ ਪੱਛਮੀ ਮੁਲਕਾਂ ਨੂੰ ਹੁਣ ਸਮਝ ਆਈ ਜਾ ਕੇ ਵੀ ਊਰਜਾ ਨਾਲ ਵੀ ਹੀਲਿੰਗ ਹੋ ਸਕਦੀ ਹੈ। ਲੇਕਿਨ ਸਾਡੇ ਰਿਸ਼ੀਆਂ ਨੂੰ ਤਾਂ ਪਹਿਲਾਂ ਹੀ ਪਤਾ ਸੀਗਾ। ਯੋਗਾ ਕੀ ਹੈ? ਯੋਗ ਪ੍ਰਾਣ ਊਰਜਾ, ਕਿ ਬਰੀਦਿੰਗ ਖਾਸ ਢੰਗ ਨਾਲ ਕਰੋ ਤਾਂ ਬਾਡੀ ਹੀਲ ਕਰ ਲੈਂਦੀ ਆਪਣੇ ਆਪ ਨੂੰ। ਯੋਗ ਜਿਹੜੀ ਹੈ ਉਹਦੇ ਅੰਦਰ ਪ੍ਰਾਣਾਯਾਮ ਨੇ। ਵੈਸੇ ਤੁਸੀਂ ਮਸਲ ਐਕਟ ਕਰਦੇ ਹੋ, ਉਹ ਵੀ ਊਰਜਾ ਦੇ ਸਿਰ 'ਤੇ ਹੀ ਕਰਦੇ ਆ। ਜੇ ਤੁਸੀਂ ਆਸਨ ਕਰ ਰਹੇ ਹੋ ਤਾਂ ਕੀ ਕਰ ਰਹੇ ਹੋ? ਤੁਸੀਂ ਕਰਤਾ ਤੁਹਾਡੇ ਦੇਖਣ ਨੂੰ ਤੁਹਾਡਾ ਸਰੀਰ ਹਿੱਲ ਰਿਹਾ, ਲੇਕਿਨ ਕਿਹਦੇ ਸਿਰ 'ਤੇ ਹਿੱਲ ਰਿਹਾ? ਉਹ ਊਰਜਾ ਦੇ ਸਿਰ 'ਤੇ ਹਿੱਲ ਰਿਹਾ। ਉਹਦੇ ਅੰਦਰ ਵੀ ਬੇਸਿਕਲੀ ਉਹਨੂੰ ਹਿਲਾਉਣ ਵਾਲੀ ਵੀ ਊਰਜਾ ਹੀ ਹੈ। ਲੇਕਿਨ ਜਿਸ ਤਰ੍ਹਾਂ ਸਾਹ ਦੇ ਵਿੱਚ ਅਸੀਂ ਜੇ ਪ੍ਰਾਣਾਯਾਮ ਕਰਦੇ ਹਾਂ, ਉਹਦੇ ਅੰਦਰ ਸਾਡੇ ਮਸਲ ਕੰਮ ਕਰ ਰਹੇ ਹਾਂ, ਉਹ ਵੀ ਕਰ ਰਹੇ ਹਾਂ। ਲੇਕਿਨ ਜਿਹੜਾ ਹਵਾ ਫਲੋ ਕਰਦੀ ਹੈ ਅੰਦਰ ਬਾਹਰ, ਔਰ ਉਹ ਕਿਹੜੇ ਕਾਹਦੇ ਸਿਰ 'ਤੇ ਕਰਦੀ? ਊਰਜਾ ਦੇ ਸਿਰ 'ਤੇ। ਜਿਹਨੂੰ ਪਰਟੀਕੂਲਰ ਪੈਟਰਨ 'ਚ ਅਸੀਂ ਕਰਦੇ ਹਾਂ। ਪ੍ਰਾਣਾਯਾਮ ਕੀ ਨੇ? ਇੱਕ ਪੈਟਰਨ ਅਸੀਂ ਅਲੱਗ ਕਰਤਾ। ਜੋ ਨਾਰਮਲ ਬਰੀਦਿੰਗ ਪੈਟਰਨ ਹੈ ਉਹਨੂੰ ਅਲੱਗ ਕਰਕੇ ਇੱਕ ਪੈਟਰਨ ਬਦਲਤਾ। ਉਹਨੂੰ ਕਪਾਲ ਭਾਤੀ ਦੀ ਸ਼ਕਲ ਦੇਤੀ, ਭਾਸਤਰਿਕਾ ਦੀ ਦੇਤੀ, ਅਨੁਲੋਮ ਵਿਲੋਮ ਦੀ ਦੇਤੀ, ਜਾਂ ਅਲੱਗ-ਅਲੱਗ ਜੋ ਜੇਈ ਪ੍ਰਾਣਾਯਾਮ ਦੀ ਦੇਤੀ, ਅਲੱਗ-ਅਲੱਗ ਸ਼ਕਲਾਂ ਦੇਤੀਆਂ ਉਹਨੂੰ। ਤਾਂ ਉਹ ਪੈਟਰਨ ਬਣਾਤਾ, ਉਹਦੇ ਸਿਰ 'ਤੇ ਹੀਲਿੰਗ ਹੁੰਦੀ ਹੈ। ਸਾਡੇ ਰਿਸ਼ੀ ਮੁਨੀ ਨੂੰ ਪਤਾ ਸੀ ਉਦੋਂ ਵੀ। ਸਾਡੇ ਰਿਸ਼ੀ ਮੁਨੀ ਨੂੰ ਪਤਾ ਸੀਗਾ ਕਿ ਹਵਾ ਨਾਲ ਹੀਲਿੰਗ ਹੋ ਸਕਦੀ ਹੈ, ਪਾਣੀ ਨਾਲ ਹੀਲਿੰਗ ਹੋ ਸਕਦੀ ਹੈ। ਸਾਰੀ ਨੈਚੁਰੋਪੈਥੀ ਦੇਖੋ ਭਰੀ ਪਈ ਆ, ਹਵਾ ਨਾਲ ਹੀਲਿੰਗ ਕਰਦੇ ਹੋ। ਪ੍ਰਾਣਾਯਾਮ ਉਹਦੀ ਐਗਜ਼ਾਮਪਲ ਹੈ। ਪਾਣੀ ਨਾਲ ਹੀਲਿੰਗ ਕਰਦੇ ਆ, ਕਦੀ ਗਰਮ ਪਾਣੀ 'ਚ ਬਿਠਾਉਂਦੇ ਆ, ਫਿਰ ਠੰਡੇ 'ਚ ਬਿਠਾਉਂਦੇ ਆ, ਉਹ ਸਪਾਈਨਲ ਬਾਥ ਦਿੰਦੇ ਆ, ਗੁੱਡਿਆਂ ਤੱਕ ਬਲਟ 'ਚ ਮਿਲਾ ਕੇ ਰੱਖਦੇ ਹਾਂ ਅਸੀਂ। ਉਹ ਗਰਮੀ ਨਾਲ ਹੀਟ ਦੀ ਹੀਲਿੰਗ ਹੈ। ਹੁਣ ਅੱਜ ਕੱਲ੍ਹ ਆ ਗਿਆ ਕੋਲਡ ਦੀ ਵੀ ਹੀਲਿੰਗ ਹੈ। ਜੇ ਤੁਸੀਂ ਆਪਣੇ ਬਾਡੀ ਟੈਂਪਰੇਚਰ ਤੋਂ ਗਰਮ ਰੱਖ ਦਿਓ ਜਾਂ ਠੰਡਾ ਰੱਖ ਦਿਓ ਤਾਂ ਬਾਡੀ ਹੀਲ ਕਰ ਲੈਂਦੀ ਹੈ। ਅੱਜ ਕੋਲਡ ਸਪੰਜਿੰਗ ਆ ਗਈ। ਪਹਿਲਾਂ ਲੋਕ ਗਰਮ ਕਰਦੇ ਹੁੰਦੇ ਸੀਗੇ, ਵੀ ਗਰਮ ਕਰਕੇ ਹੌਟ ਫਰਮੈਂਟੇਸ਼ਨ ਕਹਿੰਦੇ ਸੀ ਅਸੀਂ, ਇਹ ਸੇਕਾ ਦਿਓ। ਹੁਣ ਕਹਿੰਦੇ ਬਰਫ਼ ਦਾ ਸੇਕਾ ਦਿਓ। ਸ਼ਬਦ ਅਸੀਂ ਫਿਰ ਵੀ ਸੇਕਾ ਹੀ ਰੱਖਿਆ, ਲੇਕਿਨ ਬਰਫ਼ ਨਾਲ ਦਿਓ, ਠੰਡਾ ਸੇਕਾ ਦਿਓ। ਤਾਂ ਗਰਮੀ ਦੀ ਹੀਲਿੰਗ ਹੋ ਗਈ। ਗ੍ਰੈਵਿਟੇਸ਼ਨਲ ਦੀ ਹੀਲਿੰਗ ਜਿਹੜੀ ਆ ਉਹ ਅਲੱਗ-ਅਲੱਗ ਕਿਸਮ ਦੀ ਹੀਲਿੰਗ ਆਪਾਂ ਕਰਦੇ ਸੀ। ਗ੍ਰੈਵਿਟੇਸ਼ਨਲ ਦੀ ਹੀਲਿੰਗ ਜਿਹੜੀ ਸੀਗੀ ਉਹ ਜਿਵੇਂ ਮੰਨ ਲਓ ਸੀਸ ਆਸਨ ਹੈ, ਹੁਣ ਸਰਵਾਂਗ ਆਸਨ ਹੈ, ਪੁੱਠਾ, ਲੱਤਾਂ ਉੱਪਰ ਸਿਰ ਠਾਂ। ਆਸਨਾਂ 'ਚ ਤੁਸੀਂ ਦੇ ਪਾਓਗੇ ਕਿ ਤੁਹਾਡੇ ਆਸਨਾਂ ਦੇ ਅੰਦਰ ਜਿਹੜੀ ਗ੍ਰੈਵਿਟੇਸ਼ਨਲ ਉਹ ਪੋਸਚਰ ਇੱਦਾਂ ਦੇ ਹੈ ਕਿ ਉਹਦੀ ਕਦੀ ਤੁਹਾਡੀ ਲੱਤਾਂ ਉੱਪਰ ਨੇ, ਕਦੀ ਥੱਲੇ ਸਿਰ ਉੱਪਰ ਹੈ, ਕਦੀ ਤੁਸੀਂ ਇੱਧਰ ਨੂੰ ਟਵਿਸਟ ਕਰ ਰਹੇ ਹੋ, ਕਦੀ ਇੱਧਰ ਨੂੰ ਟਵਿਸਟ ਕਰ ਰਹੇ ਹੋ। ਤਾਂ ਕੀ ਕਰ ਰਹੇ ਹੋ ਤੁਸੀਂ ਬਾਡੀ ਦੇ ਅੰਦਰ ਜਿਹੜੀ, ਕਿਉਂਕਿ ਜਦੋਂ ਬਾਡੀ ਲਗਾਤਾਰ ਅਸੀਂ ਤੁਰਦੇ ਫਿਰਦੇ ਰਹਿੰਦੇ ਹਾਂ ਤਾਂ ਸਾਡਾ ਬਲੱਡ ਗ੍ਰੈਵਿਟੇਸ਼ਨ ਕਰਕੇ ਆ ਕੇ ਲੱਤਾਂ 'ਚ ਹੀਲ ਸਟੈਗਨੇਟ ਕਰ ਜਾਂਦਾ। ਜਦੋਂ ਤੁਸੀਂ ਯੋਗਾ ਆਸਨ ਕਰ ਰਹੇ ਹੋ ਤਾਂ ਉਹ ਸਾਰੀ ਸਟੈਗਨੇਸ਼ਨ ਦੂਰ ਹੋ ਜਾਏਗੀ, ਕਿਉਂਕਿ ਤੁਸੀਂ ਉੱਪਰ ਲੱਤਾਂ ਸੀਸ ਆਸਨ ਕਰ ਰਹੇ ਹੋ ਜਾਂ ਸਰਵਾਂਗ ਆਸਨ ਕਰ ਰਹੇ ਹੋ, ਤਾਂ ਗ੍ਰੈਵਿਟੇਸ਼ਨ ਨਾਲ ਵੀ ਕਰ ਦਿੰਦੇ ਹਾਂ। ਹੁਣ ਅਸੀਂ ਜਿਹੜਾ ਇਹਦੇ 'ਚ ਕੀਤਾ ਹੈਡ ਡਾਊਨ ਟਿਲਟ ਦੇ ਰਹੇ ਹਾਂ ਅਸੀਂ ਸੀਰੀਅਸ ਬਿਮਾਰੀਆਂ ਦੇ ਅੰਦਰ, ਕਿ ਲੱਤਾਂ ਦੀਆਂ ਨੇ ਉਹ 1 ਫੁੱਟ ਉੱਚੀਆਂ ਚੱਕ ਕੇ ਰੱਖੋ। ਉਹ ਗ੍ਰੈਵਿਟੇਸ਼ਨਲ ਹੀਲਿੰਗ ਹੈ। ਗ੍ਰੈਵਿਟੇਸ਼ਨ ਨੂੰ ਲੈ ਰਹੇ ਹਾਂ। ਵਾਈਬ੍ਰੇਸ਼ਨ ਦੀ ਹੀਲਿੰਗ, ਵਾਈਬ੍ਰੇਸ਼ਨ ਜਿਹੜੀ ਹੈ ਬਾਡੀ ਜਦੋਂ ਵਾਈਬ੍ਰੇਟ ਕਰਦੀ ਹੈ ਤਾਂ ਉਹ ਹੀਲ ਕਰ ਲੈਂਦੀ ਹੈ ਆਪਣੇ ਆਪ ਨੂੰ। ਜਿਸ ਤਰ੍ਹਾਂ ਗਰਮੀ ਨਾਲ ਹੀਲ ਕਰ ਲੈਂਦੀ ਹੈ, ਠੰਡ ਨਾਲ ਹੀਲ ਕਰ ਲੈਂਦੀ ਹੈ। ਤੁਸੀਂ ਤਾਜ਼ੀ ਹਵਾ ਚਲੇ ਜਾਓ, ਸਟਰੋਂਗ ਹਵਾ ਚਲੇ ਜਾਓ, ਉਹ ਵੀ ਹੀਲ ਕਰ ਲੈਂਦੀ ਹੈ। ਇਸੇ ਤਰ੍ਹਾਂ ਵਾਈਬ੍ਰੇਸ਼ਨ ਵੀ ਹੀਲ ਕਰ ਲੈਂਦੀ ਹੈ। ਵਾਈਬ੍ਰੇਸ਼ਨ ਦੇ ਹੀਲਿੰਗ ਦੇ ਡਾਕਟਰ ਸਾਹਿਬ ਕਿਸ ਤਰ੍ਹਾਂ, ਮਤਲਬ ਬਾਡੀ ਦੇ ਅੰਦਰ ਕੀ ਇਹੋ ਜਿਹਾ ਪ੍ਰੋਸੈਸ ਚੱਲਦਾ ਜਿਹਦੇ ਨਾਲ ਵਾਈਬ੍ਰੇਸ਼ਨ ਦੇ ਨਾਲ ਹੀਲਿੰਗ ਹੋਣੀ ਸ਼ੁਰੂ ਹੋਈ? ਵਾਈਬ੍ਰੇਸ਼ਨ ਨਾਲ ਕੋਲੋਂ ਜੀ 2-3 ਮੈਕੈਨਿਜ਼ਮ ਕਿੱਦਾਂ ਹੁੰਦਾ ਹੈ, ਉਹ ਸ਼ਾਇਦ ਬਹੁਤ ਗਹਿਰਾਈ 'ਚ ਉਹ ਜੇ ਆਪਾਂ ਕੋਸ਼ਿਸ਼ ਕਰਾਂਗੇ ਵੀ ਤਾਂ ਹੋ ਸਕਦਾ ਉਹ ਥੋੜ੍ਹਾ ਬਹੁਤਾ ਉਹ 'ਚ ਡਿਫਰੈਂਸ ਓਪੀਨੀਅਨ ਆ ਸਕਦਾ। ਇੱਕ ਗੱਲ ਤਾਂ ਹੈ ਲਿੰਫੈਟਿਕ ਡਰੇਨੇਜ ਹੁੰਦੀ ਹੈ। ਲਿੰਫ ਡਰੇਨੇਜ ਜਿਹੜੀ ਹੁੰਦੀ ਹੈ, ਲਿੰਫੈਟਿਕ ਡਰੇਨੇਜ ਬਲੱਡ ਤੋਂ ਇਲਾਵਾ ਇੱਕ ਦੂਸਰੀ ਡਰੇਨੇਜ ਹੈ ਸਾਡੀ ਬਾਡੀ, ਜਿਹਨੂੰ ਲਿੰਫ ਡਰੇਨਿੰਗ ਕਹਿੰਦੇ ਆ।
हाँ ਉਹ ਵੀ ਬੋਡੀ 'ਚ ਇੱਕ ਹੈਲਪਿੰਗ ਸਰਕੂਲੇਟ ਜਿਸ ਤਰ੍ਹਾਂ ਬਲੱਡ ਸਾਡੇ ਪੂਰੇ ਸਰੀਰ 'ਚ ਜਾਂਦਾ ਹੈ, ਇੱਦਾਂ ਕਿ ਲਿੰਫੈਟਿਕ ਡਰੇਨੇਜ ਨਾਂ ਦੀ ਚੀਜ਼ ਹੁੰਦੀ ਹੈ। ਲਿੰਫੈਟਿਕ ਬਲੱਡ ਨੂੰ ਭੇਜਣ ਲਈ ਹਾਰਟ ਹੈ ਅਤੇ ਨਾਲ ਬਲੱਡ ਦੀ ਨਾੜਾਂ ਨੇ, ਲੇਕਿਨ ਲਿੰਫੈਟਿਕਸ ਜਿਹੜੀਆਂ ਨੇ ਉਹ ਇਕੱਲੀਆਂ ਬੋਡੀ ਦੀ ਆਪਣੀ ਝੰਜਨਾਹਟ ਦੇ ਸਿਰ 'ਤੇ ਜਾਂ ਮਸਲ ਦੇ ਐਕਸ਼ਨ ਦੇ ਸਿਰ 'ਤੇ ਸਾਰਾ ਲਿੰਫ ਜਿਹੜਾ ਫਲੋ ਕਰਦਾ। ਅਤੇ ਜੇ ਤੁਸੀਂ ਬੋਡੀ ਨੂੰ ਵਾਈਬਰੇਟ ਕਰੋਗੇ ਕਿਸੇ ਤਰੀਕੇ ਤਾਂ ਉਹ ਲਿੰਫ ਫਲੋ ਤੇਜ਼ ਹੋ ਜਾਏਗਾ, ਲਿੰਫੈਟਿਕ ਡਰੇਨੇਜ ਫਾਸਟ ਹੋ ਜਾਏਗੀ। ਅਤੇ ਵੈਲ ਨੋਨ ਹੈ ਕਿ ਜੇ ਥੋੜ੍ਹੀ ਲਿੰਫੈਟਿਕ ਡਰੇਨੇਜ ਸਲੋ ਹੋ ਜਾਂਦੀ ਹੈ ਤੁਸੀਂ ਬਿਮਾਰ ਪੈ ਜਾਂਦੇ ਹੋ। ਤਾਂ ਲਿੰਫੈਟਿਕ ਡਰੇਨੇਜ ਨੂੰ ਤੇਜ਼ ਕਰਨ ਲਈ ਐਕਸਰਸਾਈਜ਼ ਕਰਨਾ, ਗੇਮ ਖੇਡਣਾ, ਡਾਂਸ ਕਰਨਾ, ਗ੍ਰੈਵੀਟੇਸ਼ਨਲ ਪੁੱਠੇ ਲਟਕਣਾ, ਮਤਲਬ ਲੱਤਾਂ ਉੱਪਰ ਪੋਜੀਸ਼ਨ ਤੁਹਾਡੀ ਸੇਮ ਨਾ ਰਹੇ। ਕਦੀ ਤੁਸੀਂ ਸਿੱਧੇ ਆਮ ਅਸੀਂ ਸਿੱਧੇ ਤੁਰਦੇ ਹਾਂ, ਅੱਜ ਕੱਲ੍ਹ ਮਾਡਰਨ ਸਿਸਟਮ 'ਚ ਆ ਗਿਆ ਕਿ ਅਸੀਂ ਹਮੇਸ਼ਾ ਲੱਤਾਂ ਲਟਕਾ ਕੇ ਬੈਠੇ ਰਹਿੰਦੇ ਹਾਂ। ਦੇਖੋ ਸਾਡੇ ਇੰਡੀਅਨ ਸਿਸਟਮ ਵਿੱਚ ਕਦੀ ਇਹ ਗੱਲ ਨਹੀਂ ਸੀ ਆਉਂਦੀ। ਸਾਡੇ ਸਾਰੇ ਕੰਮ ਬੈਠ ਕੇ ਹੁੰਦੇ ਸੀਗੇ, ਥੱਲੇ ਚੌਂਕੜੀ ਮਾਰ ਕੇ। ਤੁਸੀਂ ਪੁਰਾਣੇ ਬਿਜ਼ਨਸਮੈਨ ਦੇਖੇ ਹੋਣੇ ਆ, ਤੁਸੀਂ ਆੜ੍ਹਤੀਆਂ ਦੀ ਦੁਕਾਨ 'ਤੇ ਗਏ ਹੋਗੇ, ਆੜ੍ਹਤੀ ਕੀ ਕਰਦੇ ਆ, ਥੱਲੇ ਬੈਠੇ ਹੁੰਦੇ ਹੋ, ਕਦੇ ਵੀ ਕੁਰਸੀ 'ਤੇ ਨਹੀਂ ਬੈਠਣਗੇ। ਕੁਰਸੀ 'ਤੇ बैठना बेसिकली बहुत ही अनहेल्दी प्रैक्टिस है। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर बिस्वरूप राय चौधरी, डॉक्टर खादर वली और हमारे पास 250 डॉक्टर्स की टीम। हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के ही कंट्रोल होती है, हम बिना दवाइयां शुगर को भी BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस का नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, BP, शुगर, थायराइड, मोटापा, घुटनों का दर्द, क्या आप भी हैं इन जैसी किसी भी लाइलाज बीमारी से परेशान? तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। ਜਿੱਥੇ ਕਿਤੇ ਸੰਭਵ ਹੋ ਸਕੇ ਥੱਲੇ ਬੈਠਣਾ ਚੌਕੜੀ ਮਾਰ ਕੇ ਉਹ ਜ਼ਿਆਦਾ ਹੈਲਦੀ ਪ੍ਰੈਕਟਿਸ ਹੈ। ਅਤੇ ਸਾਡੇ ਧਾਰਮਿਕ ਜਿਹੜੇ ਸਾਰੇ ਤੁਸੀਂ ਗੁਰਦੁਆਰਾ ਸਾਹਿਬ ਜਾਈਏ ਆਪਾਂ ਤਾਂ ਚੌਕੜੀ ਮਾਰ ਕੇ ਬੈਠਣਾ ਸਭ ਤੋਂ ਵਧੀਆ ਮੰਨਿਆ ਜਾਂਦਾ। ਕੁਰਸੀਆਂ 'ਤੇ ਬੈਠਣ ਨੂੰ ਬਹੁਤ ਨਿਖਿੱਧ ਮੰਨਿਆ ਜਾਂਦਾ। ਅਤੇ ਇਵਨ ਖਾਣ ਲੱਗਿਆਂ ਤਾਂ ਬਿਲਕੁਲ ਹੀ ਮਨਾਹੀ ਹੈ ਇਸ ਗੱਲ ਦੀ ਕਿ ਤੁਸੀਂ ਕੁਰਸੀ 'ਤੇ ਬੈਠ ਕੇ ਨਾ ਖਾਓ,
ਪੁਰਾਣੇ ਡਾਕਟਰ ਸਾਹਿਬ ਗੁਰਦੁਆਰਾ ਮੰਦਿਰ ਤੇ ਜਿੰਨੇ ਵੀ ਧਾਰਮਿਕ ਸਥਾਨ ਦੇ ਉਹਦੇ 'ਚ ਸਾਈਡਾਂ ਦੇ ਉੱਤੇ ਜਿਹੜੇ ਉਹ ਬੈਂਚ ਜਾਂ ਚੇਅਰਾਂ ਲਾਈਆਂ ਹੋਈਆਂ ਨੇ ਵੀ ਜਿਨ੍ਹਾਂ ਤੋਂ ਨੀਚੇ ਨਹੀਂ ਬੈਠਾ ਜਾਂਦਾ ਉਹ ਕੁਰਸੀਆਂ 'ਤੇ ਬੈਠ ਸਕਦੇ ਨੇ, ਮਤਲਬ ਪਹਿਲਾਂ ਜਿਹੜੇ ਮਰਿਆਦਾ ਦੇ ਉਲਟ ਮੰਨਿਆ ਜਾਂਦਾ। ਨਹੀਂ ਬਿਲਕੁਲ, ਪੱਛਮੀ ਮੁਲਕਾਂ ਦੇ ਅੰਦਰ ਤਾਂ ਇਹਨੂੰ ਮੰਨ ਨਹੀਂ ਲਿਆ ਗਿਆ ਨਾ। ਇੱਥੇ ਤਾਂ ਜੇ ਫਿਰ ਵੀ ਇਹ ਲੋਕ ਕੋਸ਼ਿਸ਼ ਕਰਦੇ ਆ। ਤੁਸੀਂ ਪੱਛਮੀ ਮੁਲਕਾਂ 'ਚ ਜਾ ਕੇ, ਮੈਂ ਜਾ ਕੇ ਆਇਆ ਸਰ ਅਮਰੀਕਾ ਕੈਨੇਡਾ, ਉੱਥੇ ਤਾਂ ਤੁਹਾਡੇ ਇੱਕ ਪਾਸੇ ਥੱਲੇ ਲਾਇਆ ਹੋਇਆ ਥੋੜ੍ਹਾ ਜਿਹਾ, ਜਿਹੜੇ ਜ਼ਿਆਦਾ ਸ਼ਰਧਾ ਵਾਲੇ ਲੋਕ ਨੇ ਉਹਨਾਂ ਵਾਸਤੇ 2 ਲਾਈਨਾਂ ਪੰਗਤ ਬੈਠੀ ਹੈ, ਬਾਕੀ ਸਾਰੇ ਟੇਬਲ ਲੱਗੇ ਹੋਏ ਆ ਔਰ ਬੜੇ ਆਰਾਮ ਨਾਲ ਟੇਬਲ 'ਤੇ ਖਾ ਰਹੇ ਆ। ਔਰ ਮੈਜੋਰਟੀ ਥੱਲੇ ਬੈਠਣ ਵਾਲੇ ਬੰਦੇ ਦੀ ਗਿਣਤੀ ਬਹੁਤ ਥੋੜ੍ਹੀ ਹੈ, ਬਹੁਤੇ ਬੰਦੇ ਟੇਬਲ 'ਤੇ ਬੈਠ ਕੇ ਖਾ ਰਹੇ ਆ ਔਰ ਇਵੇਂ ਖੜੇ ਹੋ ਕੇ ਖਾਂਦੇ ਆ। ਇਹ ਕਿਤੇ ਨਾ ਕਿਸੇ ਬਹੁਤ ਗੰਦੀਆਂ ਆਦਤਾਂ ਲੈ ਲਈਆਂ ਆਪਣੀ ਸੱਭਿਅਤਾ ਦੀਆਂ, ਜਿਹੜੀ ਸਾਡੀ ਸੱਭਿਅਤਾ ਸੀਗੀ ਉਹਦੇ ਅੰਦਰ ਬਹੁਤ ਹੀ ਜੋ ਗਹਿਰਾਈ ਸਾਡੇ ਰਿਸ਼ੀਆਂ ਮੁਨੀਆਂ ਅਤੇ ਸਾਡੇ ਪੁਰਾਤਨ ਬਜ਼ੁਰਗਾਂ 'ਚ ਸੀਗੀ ਹਰ ਚੀਜ਼ ਬਾਰੇ, ਉਹਨੂੰ ਅਸੀਂ ਭੁੱਲ ਭੁਲਾ ਗਏ ਇੱਕ ਚਕਾਚੌਂਧ 'ਚ। ਉਹ ਚਕਾਚੌਂਧ ਕਾਹਦੀ ਸੀ? ਪਦਾਰਥ ਦੀ ਚਕਾਚੌਂਧ, ਕਿ ਹਰ ਚੀਜ਼ ਜਿਹੜੀ ਹੈ ਐਨ ਟਨ ਕਰਦੀ ਅਤੇ ਸਾਫ਼ ਸੁਥਰੀ ਅਤੇ ਪੱਕੀ, ਅਤੇ ਉਹਦੇ ਅੰਦਰ ਸਾਰਾ ਦਾ ਸਾਰਾ ਅਸੀਂ ਕਿਤੇ ਆ ਕੇ ਕੁਦਰਤ ਨੂੰ ਭੁੱਲ ਗਏ। ਅਤੇ ਉਸ ਸੰਗਤ ਤੇ ਪੰਗਤ ਦੀ ਜਿਹੜਾ ਸਿਧਾਂਤ ਸੀਗਾ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਜਿਹੜੀ ਸਾਇੰਸ ਕੰਮ ਕਰਦੀ। ਬਿਲਕੁਲ ਸਾਦਗੀ ਜਿਹੜੀ ਨਾ ਕੁਦਰਤ ਦਾ ਨਿਯਮ ਹੈ। ਤੁਸੀਂ ਕੁਦਰਤ ਦੇ ਵਿੱਚ ਦੇਖੋ ਕਿਆ ਹੈ, ਕੁਦਰਤ ਜਿਸ ਬਹੁਤ ਹੀ ਸੋਹਣਾ ਫੁੱਲ ਜਿਹੜਾ ਹੈ, ਬਹੁਤ ਹੀ ਉਹ ਥੱਲੇ ਆਰਾਮ ਦੇ ਨਾਲ ਚਿੱਕੜ ਜਿਹਾ ਜੁਗਿਆ ਹੋਵੇਗਾ, ਫੁੱਲ ਨੂੰ ਦੇਖੋਗੇ ਤਾਂ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਫੁੱਲ ਇੰਨੀ ਸੁੰਦਰਤਾ, ਔਰ ਦੇਖੋਗੇ ਤਾਂ ਹੈ ਬਹੁਤ ਬਿਲਕੁਲ ਸਿੰਪਲ ਜੀ। ਤਾਂ ਸਿੰਪਲਿਸਿਟੀ ਜਿਹੜੀ ਹੈ ਉਹ ਕੁਦਰਤ ਦਾ ਇੱਕ ਨਿਯਮ ਹੈ। ਅਤੇ ਉਸੇ ਕੁਦਰਤ ਨੂੰ ਦੇਖ ਕੇ ਸਾਡੇ ਰਿਸ਼ੀਆਂ ਮੁਨੀਆਂ ਗੁਰੂਆਂ ਨੇ ਸਾਨੂੰ ਇੱਕ ਵੇ ਆਫ ਲਾਈਫ ਦਿੱਤਾ, ਜਿਹਨੂੰ ਅਸੀਂ ਬਿਲਕੁਲ ਕੰਡਮ ਕਰਕੇ ਭੁਲਾ ਕੇ ਅਸੀਂ ਇੱਕ ਪੱਛਮ ਤੋਂ, ਜਿਹਨਾਂ ਕੋਲ ਕੋਈ ਪੱਲੇ ਕੁਛ ਨਹੀਂ ਸੀਗਾ, ਉਹਨਾਂ ਦੇ ਕੋਈ ਪੱਲੇ ਸੱਭਿਅਤਾ ਨਹੀਂ ਹੈ, ਕੋਈ ਇਤਿਹਾਸ ਨਹੀਂ ਹੈ ਉਹਨਾਂ ਦਾ। ਉਹ ਚੋਰ ਡਾਕੂ ਇੱਧਰੋਂ ਉੱਧਰੋਂ ਇਕੱਠੇ ਹੋ ਕੇ ਉਹ ਕੰਟਰੀ ਵਸਾ ਲਿਆ, ਫਿਰ ਗਾਂ ਲੋਕਾਂ ਦੇ ਦੁਨੀਆ ਦਾ ਕਬਜ਼ਾ ਕਰ ਲਿਆ ਪੈਸੇ ਦੇ ਸਿਰ 'ਤੇ, ਅਤੇ ਉਹ ਸਾਰੇ ਦੇ ਸਾਰੇ ਉੱਥੋਂ ਅਸੀਂ ਲੈ ਲਿਆ ਸਾਰਾ ਕੁਛ, ਜਿਹੜਾ ਕਿ ਬਿਲਕੁਲ ਹੀ ਗੈਰ ਕੁਦਰਤੀ ਆ ਔਰ ਸਿਹਤ ਜਿਹੜਾ ਉਲਟਾ ਖਰਾਬ ਕਰਦਾ। ਤਾਂ ਉਹਦੇ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਇਹ ਪੋਸਚਰ ਹੈ ਬੈਠਣਾ, ਗ੍ਰੈਵੀਟੇਸ਼ਨਲ ਜਿਹੜੀ ਪੁੱਲ ਹੈ, ਉਹਨੂੰ ਕਿਤੇ ਨਾ ਕਿਤੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਮੇਸ਼ਾ ਸਟੈਂਡਿੰਗ ਜਾਂ ਕੁਰਸੀ 'ਤੇ ਬੈਠ ਕੇ ਜਾਂ ਲੱਤਾਂ ਲਟਕਾ ਕੇ ਨਾ ਬੈਠਿਆ ਜਾਵੇ, ਐਸੇ ਢੰਗ ਨਾਲ ਬੈਠਿਆ ਜਾਵੇ ਕਿ ਸਾਡੀ ਜਿਹੜੀ ਬਲੱਡ ਸਰਕੂਲੇਸ਼ਨ ਅਤੇ ਲਿੰਫੈਟਿਕ ਸਰਕੂਲੇਸ਼ਨ ਹੈ ਉਹ ਪ੍ਰੋਪਰ ਹੁੰਦੀ ਰਹੇ। ਅਤੇ ਉਹਦੇ ਲਈ ਇਹ ਹੁੰਦਾ ਸੀਗਾ ਕਿ ਈਵਨ ਸਾਡੇ ਤੁਸੀਂ ਆੜਤੀਆਂ ਦੀ ਦੁਕਾਨ 'ਤੇ, ਆੜਤੀ ਦੀ ਦੁਕਾਨ ਕਲਾਸੀਕਲ, ਉਹਦੇ ਮੋਟੇ ਸਿਰਹਾਣੇ ਰੱਖੇ ਹੁੰਦੇ ਆ, ਉਹ ਸਾਰਾ ਲੱਤਾਂ ਲੰਮੀਆਂ ਕਰ ਲੈਂਦੇ ਅਤੇ ਸਾਰਾ ਲੱਗ ਐਂ ਬੈਠੇ ਹੁੰਦੇ, ਉਹ ਸਾਰਾ ਦਿਨ ਬੈਠੇ ਰਹਿਣ, ਉਹਨੂੰ ਕੋਈ ਥਕਾਵਟ ਨਹੀਂ, ਕੁਛ ਨਹੀਂ, ਉਹਨੂੰ ਉੱਥੇ ਬੈਠੇ ਹੁੰਦੇ, ਉੱਥੇ ਬੈਠ ਕੇ ਆਪਣੇ ਗੱਲ ਸਾਰਾ ਕੰਮ ਕਰਦੇ ਆ ਥੱਲੇ। ਅੱਛਾ, ਪੁਰਾਣੀ ਰਸੋਈ ਹੁੰਦੀ ਸੀ, ਦੇਖੋ ਸਾਡੀ ਪੁਰਾਣੀ ਚੌਂਕਾ ਸੀ, ਜਿਹੜਾ ਚੌਂਕਾ ਕੀ ਸੀਗਾ ਕਿ ਚੌਂਕਾ ਘਰ ਦੀ ਸੁਆਣੀ ਜਿਹੜੀ ਆ ਉਹ ਥੱਲੇ ਬੈਠੀ ਪਕਾ ਰਹੀ ਹੈ ਅਤੇ ਥੱਲੇ ਬੈਠੇ ਉਹਦੇ ਨਾਲ ਬੈਠੇ ਖਾ ਰਹੇ ਆ, ਉੱਥੇ ਬੈਠ ਕੇ ਖਾ ਲੈਂਦੇ ਸੀਗੇ। ਉਹਦੇ ਨਾਲ ਤਾਂ ਕੋਈ ਖਰਚਾ, ਨਾਲੇ ਸਿਹਤ ਦੀ ਸਿਹਤ। ਅਤੇ ਤਾਂ ਇਹ ਕਿਤੇ ਨਾ ਕਿਤੇ ਵਰਤਾਰਾ ਜਿਹੜਾ ਸੀਗਾ ਸਾਰਾ ਇਹ ਕੀ ਸੀਗਾ ਕਿ ਗ੍ਰੈਵੀਟੇਸ਼ਨਲ ਪੁੱਲ ਨੂੰ ਬਿਮਾਰੀਆਂ ਗ੍ਰੈਵੀਟੇਸ਼ਨਲ ਜਿਹੜੀ ਪੁੱਲ ਹੈ ਉਹ ਬਿਮਾਰੀਆਂ ਪੈਦਾ ਨਾ ਕਰ ਸਕੇ, ਉਲਟਾ ਹੈਲਥ ਦੇਵੇ ਸਾਨੂੰ। ਉਹਦੇ ਵਾਸਤੇ ਕੁਛ ਨਾ ਕੁਛ ਜਿਹੜਾ ਇੰਤਜ਼ਾਮ ਸੀਗਾ ਉਹ ਸਾਡੇ ਰਿਸ਼ੀਆਂ ਮੁਨੀਆਂ ਨੇ ਕੀਤਾ ਸੀਗਾ, ਅਤੇ ਉਹਨੂੰ ਅਸੀਂ ਹੁਣ ਫਿਰ ਦੁਬਾਰਾ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਲੱਗ ਢੰਗ ਨਾਲ ਕਰਨਾ ਪੈ ਰਿਹਾ, ਕਿਉਂਕਿ ਪੁਰਾਣਾ ਢੰਗ ਤਾਂ ਬਿਲਕੁਲ ਡਿਸਟਰੋਏ ਹੋ ਗਿਆ। ਹੁਣ ਉਸੇ ਨੂੰ ਤੁਸੀਂ ਰਿਵਾਈਵ ਨਹੀਂ ਕਰ ਸਕਦੇ, ਲੇਕਿਨ ਉਹਦੀ ਸਪਿਰਿਟ ਸੀ ਜਿਹੜੀ ਉਹਦੀ ਜਿਹਨੂੰ ਕਹਿੰਦੇ ਆ ਫਲਸਫਾ ਸੀ ਉਹਨੂੰ ਰਿਵਾਈਵ ਕਰੀਏ। ਚਲੋ ਉਹਦਾ ਤਰੀਕਾ ਅਲੱਗ ਆਪਾਂ ਅਡੋਪਟ ਕਰ ਸਕਦੇ ਹਾਂ, ਅਲੱਗ ਤਰੀਕੇ ਅਡੋਪਟ ਕਰ ਸਕਦੇ ਹਾਂ ਉਹਦੇ। ਤਾਂ ਇਹ ਜਿਹੜਾ ਕਿਤੇ ਨਾ ਕਿਤੇ ਉਹ ਸੀਗਾ ਕਿ ਆਪਾਂ ਗ੍ਰੈਵੀਟੇਸ਼ਨਲ ਪੁੱਲ ਨੂੰ ਕਰ ਸਕਦੇ ਹਾਂ। ਵਾਈਬ੍ਰੇਸ਼ਨ ਜਿਹੜੀ ਸੀ, ਵਾਈਬ੍ਰੇਸ਼ਨ ਦੀ ਆਪਾਂ ਗੱਲ ਕਰ ਰਹੇ ਸੀਗੇ। ਵਾਈਬ੍ਰੇਸ਼ਨ ਅਲੱਗ ਕਿਸਮ ਦੀ ਵਾਈਬ੍ਰੇਸ਼ਨ ਸੀਗੀ, ਜਿੱਦਾਂ ਮੰਤਰਾ ਜਾਪ ਜਿਹੜਾ ਹੈ। ਹੁਣ ਮੰਤਰਾ ਜਾਪ ਨੂੰ ਹੀਲਿੰਗ ਲਈ ਬਹੁਤ ਕਮਾਲ ਦਾ ਸਾਡੇ ਰਿਸ਼ੀਆਂ ਮੁਨੀ ਨੇ ਵਰਤਣਾ ਦੱਸਿਆ ਕਿ ਮੰਤਰਾ ਜਾਪ ਕਰਕੇ ਤੁਸੀਂ ਆਪਣੇ ਆਪ ਨੂੰ ਹੀਲ ਕਰ ਸਕਦੇ ਹੋ। ਮੰਤਰਾਂ ਦੇ ਵਿੱਚ ਜਿਵੇਂ ਬਹੁਤ ਡੀਪਲੀ ਮੈਂ ਇਸ ਚੀਜ਼ ਨੂੰ ਦੇਖਿਆ ਹੈਗਾ ਕਿ ਜਿੰਨੇ ਵੀ ਮੰਤਰ ਬੋਲੇ ਜਾਂਦੇ ਨੇ ਉਹਨਾਂ ਦੇ ਵਿੱਚ ਬੋਲਣ ਲੱਗਿਆਂ ਵਾਈਬ੍ਰੇਸ਼ਨ ਹੁੰਦੀ ਹੈ। ਵਾਈਬ੍ਰੇਸ਼ਨ ਮਤਲਬ ਜੇ ਆਪਾਂ ਗੱਲ ਕਰਦੇ ਹਾਂ ਤਾਂ ਵਾਈਬ੍ਰੇਟ ਕਰਦੇ ਹਾਂ, ਉਹ ਜਿਹੜੇ ਅੱਖਰ ਬੋਲਣ ਲੱਗੇ ਹੀ ਵਾਈਬ੍ਰੇਟ ਹੁੰਦਾ। ਬਿਲਕੁਲ, ਉਹਦੇ 'ਚ ਆਪਾਂ ਸੈਪਰੇਟ ਵੇ ਇਸ ਗੱਲ 'ਤੇ ਮੈਂ ਵੀਡੀਓ ਬਣਾਵਾਂਗੇ ਆਪਾਂ ਕਿ ਕਿਸ ਢੰਗ ਦੇ ਨਾਲ ਜਿਹੜਾ ਮੰਤਰਾ ਜਾਪ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਬਾਕੀ ਦੀ ਊਰਜਾ ਨਾਲ ਕਨੈਕਟ ਕਿੱਦਾਂ ਕਰਨਾ। ਅਤੇ ਇਹ ਮੋਟੀ ਜਿਹੀ ਗੱਲ ਆਪਾਂ ਅੱਜ ਇੰਨੀ ਕਰਦੇ ਹਾਂ ਕਿ ਜਿਹੜਾ ਕਲਾਸੀਕਲ ਮਿਊਜ਼ਿਕ ਹੈ, ਕਲਾਸੀਕਲ ਮਿਊਜ਼ਿਕ ਜਿਹੜਾ ਹੈ ਕੰਠ ਤੋਂ ਗਾਇਆ ਜਾਂਦਾ ਹੈ। ਆਵਾਜ਼ ਜਾਂਦੀ ਇੱਥੋਂ ਨਿਕਲਦੀ ਹੈ ਤਾਂ ਉਹ ਤੁਸੀਂ ਪਾਓਗੇ ਕਿ ਮੰਤਰਾ ਜਾਪ ਦੇ ਵਿੱਚ ਜਿਵੇਂ ਵਾਹਿਗੁਰੂ ਹੈ, ਵਾਹ ਉੱਥੇ ਆ ਜਾਏਗੀ ਸਿੱਧੀ ਆਵਾਜ਼, ਫਿਰ ਉੱਥੇ ਜਾਏਗੀ ਗੁਰੂ,
ਉੱਥੇ ਜਾ ਕੇ। ਤਾਂ ਉਹ ਵਰਡਸ ਦੀ ਸਿਲੈਕਸ਼ਨ ਜਿਹੜੀ ਬੜੀ ਹੀ ਸਾਇੰਟੀਫਿਕ ਢੰਗ ਦੇ ਨਾਲ ਔਰ ਬੜੀ ਹੀ ਗਹਿਰੇ ਜਾ ਕੇ ਉਹਨੂੰ ਸਮਝ ਕੇ ਉਹ ਮੰਤਰ ਓਮ ਹੈ ਉਹ ਸਾਰੀ ਇੱਥੋਂ ਆਏਗੀ ਜਿਹੜੀ ਉਹ ਮੁਸਲਿਮ ਕਰਦੇ ਆ ਉੱਥੇ ਕੰਠ ਤੇ ਆਏਗੀ। ਹੁਣ ਇਹਦਾ ਬੇਸਿਸ ਕੀ ਆ? ਜਿਹੜੇ ਆਪਾਂ ਕੁਆਂਟਮ ਹੀਲਿੰਗ ਦੀ ਗੱਲ ਇਨਕੰਪਲੀਟ ਰਹਿ ਜਾਏਗੀ ਜੇ ਆਪਾਂ 7 ਸੈਂਟ ਕੇਂਦਰਾਂ ਦੀ ਗੱਲ ਨਾ ਕਰੀਏ ਕਿ ਯੋਗ ਜਿਹੜਾ ਯੋਗ ਵਿਦਿਆ ਜਿਹੜੀ ਹੈ ਉਹਦੇ ਅੰਦਰ 7 ਊਰਜਾ ਦੇ ਕੇਂਦਰ ਕਹੇ ਗਏ ਆ ਕਿ ਬਾਡੀ ਦੇ ਅੰਦਰ ਵੈਸੇ ਤਾਂ ਸਾਰੀ ਬਾਡੀ ਊਰਜਾ ਆ, ਸਾਡੀ ਬਾਡੀ 'ਚ ਊਰਜਾ ਜੇ ਦੇਖੋ ਆਪਾਂ ECG ਕਰਦੇ ਹਾਂ ਉਹ ਲੀਡ ਲਾ ਦਿੰਦੇ ਨਾ ਤੇ ਉਹ ECG 'ਚ ਆ ਜਾਂਦੀ ਹੈ, ਹਾਰਟ ਦੀ ਬੀਟ ਉਹਦੇ 'ਚ ਰਿਕਾਰਡ ਹੋ ਜਾਂਦੀ ਹੈ। ਕਿੱਦਾਂ ਹੋ ਜਾਂਦੀ ਹੈ? ਇਹਦਾ ਮਤਲਬ ਉਹ ਜਿਹੜੀ ਹਾਰਟ 'ਚ ਬਿਜਲੀ ਪੈਦਾ ਹਾਰਟ ਨੂੰ ਬੀਟ ਕਰ ਰਹੀ ਹੈ ਉਹ ਟਰਾਂਸਮਿਟ ਹੋ ਰਹੀ ਹੈ ਪੂਰੀ ਬਾਡੀ 'ਚ ਤੇ ਬਾਡੀ ਉਹਨੂੰ ਉਹ ਮਸ਼ੀਨ ਕੈਚ ਕਰ ਲੈਂਦੀ ਹੈ ਉਹਨੂੰ ਅਲੱਗ-ਅਲੱਗ ਢੰਗ ਨਾਲ ਜਦੋਂ ਕੈਚ ਕਰਦੀ ਤਾਂ ਉਹਦੀ ਇੰਟਰਪ੍ਰੀਟੇਸ਼ਨ ਅਸੀਂ ਕਰ ਲਈ ਕਿ ਜੇ ਇੱਦਾਂ ਆਵੇ ਇਲੈਕਟ੍ਰਿਸਿਟੀ ਉਹ ਤਾਂ ਇਹਦਾ ਮਤਲਬ ਆ ਹੁੰਦਾ। ਉਹਨੂੰ ECG ਸ਼ਕਲ ਬਣਾ ਲਈ ਨਾ ਆਪਾਂ ਨੇ। ECG ਕੀ ਹੈ ਹੁਣ? ECG ਲੀਡਾਂ ਦਾ ਪੈਰ 'ਤੇ ਲਾਈ ਹੁੰਦੀ, 2 ਲੀਡਾਂ ਪੈਰ 'ਤੇ ਲਾਈਆਂ, 2 ਹੱਥ 'ਤੇ ਲਾਈਆਂ ਤੇ ਇੱਥੇ ਬਾਕੀ ਛਾਤੀ 'ਤੇ ਲਾਈਆਂ ਹੁੰਦੀਆਂ ਨੇ। ਲੇਕਿਨ ਉਹ ਕਾਹਦੀ ਰਿਕਾਰਡਿੰਗ ਕਾਹਦੀ ਹੈ? ਹਾਰਟ ਦੀ ਹੈ। ਹਾਰਟ ਦੀ ਰਿਕਾਰਡਿੰਗ ਕਿਉਂ ਹੈ? ਕਿਉਂਕਿ ਹਾਰਟ ਇਲੈਕਟ੍ਰਿਸਿਟੀ ਦੇ ਬੇਸ 'ਤੇ ਬੀਟ ਕਰਦਾ ਇਲੈਕਟ੍ਰਿਕ ਕੰਪਲਸਰ ਦੇ ਸਿਰ 'ਤੇ। ਤਾਂ ਉਹ ਜਿਹੜਾ ਵਰਤਾਰਾ ਹੈ ਇਹਦਾ ਮਤਲਬ ਊਰਜਾ ਜਿਹੜੀ ਹੈ ਇੱਦਾਂ ਫਲੋ ਕਰ ਰਹੀ ਹੈ। ਹੁਣ 7 ਸੈਂਟਰਾਂ ਦੀ ਗੱਲ ਆਪਾਂ ਕਰੀਏ ਤਾਂ ਜਿਹੜੇ ਯੋਗ ਦੇ 7 ਸੈਂਟਰ ਡਿਫਾਈਨ ਕੀਤੇ ਗਏ ਕਿ 7 ਸੈਂਟਰਾਂ ਤੋਂ ਪੂਰੀ ਬਾਡੀ ਕੰਟਰੋਲ ਹੁੰਦੀ ਹੈ। ਉਹ ਜਿਹੜੇ ਸੈਂਟਰ ਨੇ ਜੇ ਉਹ ਸੁਸਤ ਪੈ ਜਾਣ ਤਾਂ ਬਾਡੀ ਬਿਮਾਰ ਹੁੰਦੀ ਹੈ। ਇਹਦਾ ਮਤਲਬ ਬਾਡੀ ਦੀ ਜਿਹੜੀ ਪ੍ਰਾਣ ਊਰਜਾ ਹੈ, ਬਾਡੀ ਦੇ ਅੰਦਰ ਜਿਹੜਾ ਉਹਦੀ ਜੀਵਨੀ ਊਰਜਾ ਹੈ ਉਹ ਕਮਜ਼ੋਰ ਨਹੀਂ ਪੈਣੀ ਚਾਹੀਦੀ, ਉਹ ਪੂਰੀ ਪ੍ਰਚੰਡ ਰਹਿਣੀ ਚਾਹੀਦੀ ਹੈ। ਅਤੇ ਉਹ 7 ਸੈਂਟਰ ਨੇ। 7 ਸੈਂਟਰ ਸਭ ਤੋਂ ਥੱਲੇ ਨੀਚੇ ਹੈ ਮੂਲਾਧਾਰ ਸੈਂਟਰ ਜਿਹੜਾ ਮੇਲ 'ਚ ਇਨਸ ਤੇ ਮੇਲ ਰਿਪਰੋਡਕਟਿਵ ਆਰਗਨ ਦੇ ਵਿਚਾਲੇ ਹੁੰਦਾ। ਮੂਲਾਧਾਰ ਕੇਂਦਰ। ਫੀਮੇਲ 'ਚ ਉਹ ਆਲਮੋਸਟ ਵਜਾਈਨਾ 'ਚ ਹੁੰਦਾ। ਜਿਹਦੇ 'ਤੇ ਬੇਸ 'ਤੇ ਅਸੀਂ ਮੈਡੀਟੇਸ਼ਨ ਐਕਸਰਸਾਈਜ਼ ਬਣਾਈ ਹੋਈ ਅਸ਼ਵਨੀ ਕਿਰਿਆ। ਅਸ਼ਵਨੀ ਕਿਰਿਆ ਯਾਨੀ ਕਿ ਉਸ ਮਸਲ ਨੂੰ ਟਾਈਟ ਕਰੋ ਬਾਰ-ਬਾਰ। ਉਹ ਸੈਂਟਰ ਹੈ ਮੂਲਾਧਾਰ। ਦੂਜਾ ਸੈਂਟਰ ਹੈ ਜਸਟ ਜਿਹੜੀ ਅਸ਼ਵਨੀ ਕਿਰਿਆ ਤੁਸੀਂ ਬੋਲੀ ਹੈਗੀ ਆ ਮਸਲ ਨੂੰ ਟਾਈਟ ਕਰਨਾ, ਉਹਦੇ ਨਾਲ ਹੀਲਿੰਗ ਦਾ ਵੀ ਬੜਾ ਵੱਡਾ ਰੋਲ ਹੋਏਗਾ। ਫਿਰ ਜਿਨ੍ਹਾਂ ਦੀ ਯੂਟਰਸ ਨੀਚੇ ਆ ਜਾਂਦੀ ਹੋਣੀ, ਜਿਨ੍ਹਾਂ ਨੂੰ ਪਿਸ਼ਾਬ ਦੀਆਂ ਪ੍ਰੋਬਲਮਸ ਆਉਂਦੀਆਂ ਨੇ, ਉਹ ਵੀ ਇੱਕ ਹੈਗਾ ਮਸਲ ਦੀ ਸਟਰੈਂਥ ਵਾਸਤੇ ਹੋ ਗਿਆ ਨਾ। ਉਹਦੇ ਨਾਲ ਬਿਮਾਰੀ ਵੀ ਹੀਲ ਹੋ ਗਈ ਨਾ। ਜਿਹੜੀ ਐਕਸਰਸਾਈਜ਼ ਅਸੀਂ ਦੇ ਰਹੇ ਹਾਂ ਮਸਲ ਨੂੰ ਸਟਰੋਂਗ ਕਰਨ ਲਈ, ਕਿਉਂਕਿ ਉਹ ਮਸਲ ਜਿਹੜਾ ਹੈ ਅਗਰ ਸਟਰੋਂਗ ਹੋਏਗਾ ਤਾਂ ਮੇਲ 'ਚ ਵੀ ਅਤੇ ਫੀਮੇਲ 'ਚ ਵੀ ਉਹ ਫਾਇਦਾ ਕਰੇਗਾ। ਮੇਲ 'ਚ ਪ੍ਰੋਸਟੇਟ ਵਾਲਿਆਂ ਨੂੰ ਅਤੇ ਫੀਮੇਲ 'ਚ ਜਿਹੜੀ ਹੈ ਉਹ ਯੂਟਰਸ ਪ੍ਰੋਲੈਪਸ ਵਾਲਿਆਂ ਨੂੰ ਬੈਨੀਫਿਟ ਕਰੇਗਾ, ਕਿਉਂਕਿ ਮਸਲ ਸਟਰੋਂਗ ਰਹਿਣਾ ਚਾਹੀਦਾ। ਉਹ ਤਾਂ ਹੀ ਤੁਹਾਡਾ ਰਿਪਰੋਡਕਟਿਵ ਸਿਸਟਮ ਅਤੇ ਜਿਹੜਾ ਯੂਰੀਨਰੀ ਸਿਸਟਮ ਹੈ ਅਤੇ ਏਨਲ ਸਿਸਟਮ ਹੈ, ਤੁਹਾਡੇ ਤਿੰਨੇ ਸਿਸਟਮ ਉੱਥੇ ਨੇ। ਐਕਸਕ੍ਰੀਟਰ ਜਿਹੜੇ ਤੁਹਾਡਾ ਰਿਪਰੋਡਕਟਿਵ ਸਿਸਟਮ ਉੱਥੇ ਹੈ, ਤੁਹਾਡਾ ਯੂਰੀਨਰੀ ਸਿਸਟਮ ਉੱਥੇ ਹੈ ਅਤੇ ਤੁਹਾਡਾ ਏਨਲ ਸਿਸਟਮ ਜਿਹੜਾ ਐਲੀਮੈਂਟਰੀ ਸਿਸਟਮ ਉੱਥੇ ਉਹਦਾ ਐਗਜ਼ਿਟ ਹੈ, ਉਹਦਾ ਮਲ ਦੁਆਰ ਹੈ। ਇਹ ਵੀ ਡਿਫਾਈਨ ਕਰ ਦਿਓ ਵੀ ਇਹਦੇ ਨਾਲ ਇਹਨੂੰ ਕਰਨਾ ਕਿਵੇਂ ਹੈ ਤਾਂ ਕਿ ਪਬਲਿਕ ਨੇ ਵੀ ਸਮਝ ਆ ਜਾਏ। ਬੜਾ ਇੰਪੋਰਟੈਂਟ ਹੈ, ਮੈਂ ਤਾਂ ਤੁਹਾਨੂੰ ਰੋਕ ਲਿਆ। ਅੰਦਰ ਨੂੰ ਖਿੱਚਣਾ ਜੇ ਆਪਣੀ ਪਾਰਟੀ ਵਾਲੀ ਜਿਸ ਚੀਜ਼ ਨੂੰ ਅੰਦਰ ਨੂੰ ਖਿੱਚੀ ਜਾਓ। ਹੁਣ ਮੈਂ ਕਰ ਰਿਹਾ ਤਾਂ ਕੋਈ ਬੰਦਾ ਮੈਨੂੰ ਜੱਜ ਨਹੀਂ ਕਰ ਸਕਦਾ ਕਿ ਮੈਂ ਕਰ ਰਿਹਾ। ਤੁਸੀਂ ਆਪਣੇ ਸਾਹ ਨਾਲ ਜੋੜ ਲਓ ਉਹਨੂੰ ਅਤੇ ਉਹਨੂੰ ਬਾਰ-ਬਾਰ ਜਿਹਨੂੰ ਕਹਿੰਦੇ ਅਸ਼ਵਨੀ ਕਿਰਿਆ। ਵੈਸਟ ਨੇ ਵੀ ਅਡੋਪਟ ਕਰ ਲਿਆ, ਮਾਡਰਨ ਡਾਕਟਰਾਂ ਨੇ ਉਹਨੂੰ ਕਰਜਲ ਐਕਸਰਸਾਈਜ਼ ਕਹਿੰਦੇ ਆ। ਕਰਜਲ ਐਕਸਰਸਾਈਜ਼ ਉਹ ਵੀ ਐਡਵਾਈਜ਼ ਕਰਦੇ ਆ। ਸੋ ਅਸ਼ਵਨੀ ਕਿਰਿਆ ਬੇਸਿਕਲੀ ਯੋਗਾ ਦੀ ਬਹੁਤ ਪੁਰਾਣੀ 5000 ਸਾਲ ਪੁਰਾਣੀ ਜਿਹੜੀ ਹੈ ਉਹ ਪੱਧਤੀ ਹੈ। ਗੂਗਲ 'ਤੇ ਪਈ ਹੈ ਸਾਰੀ ਇਹ ਚੀਜ਼। ਬਿਲਕੁਲ ਅਸ਼ਵਨੀ ਕਿਰਿਆ ਜਾਂ ਕਰਜਲ ਐਕਸਰਸਾਈਜ਼ ਜਿਹੜੀਆਂ ਨੇ ਉਹ ਹੈਗੀਆਂ ਨੇ। ਉਸ ਤੋਂ ਉੱਪਰ ਸੈਂਟਰ ਹੈਗਾ ਜਿਹੜਾ ਸਾਡਾ ਅਗਲੀ ਸਾਡੀ ਪਿਊਬਿਕ ਰੀਜਨ ਹੈ ਉਹਦੇ ਬਿਲਕੁਲ ਉੱਪਰ ਹੱਡੀ ਦੇ ਉੱਪਰ, ਉਹਨੂੰ ਕਹਿੰਦੇ ਆ ਸਵਾਸਾਹਾਰੀ ਸੈਂਟਰ। ਨੇਵਲ ਦੇ ਨੀਚੇ ਨਾ, ਨੇਵਲ ਤੋਂ ਨਹੀਂ, ਬਿਲਕੁਲ ਹੱਡੀ ਦੇ ਉੱਪਰ ਜਿਹੜੀ ਥਲੜੀ ਹੱਡੀ ਹੈ ਉਹਦੇ ਜਸਟ ਉੱਪਰ ਜਿੱਥੇ ਆਪਣਾ ਯੂਰਿਨਰੀ ਬਲੈਡਰ ਹੈ, ਧੁਨੀ ਤੋਂ ਬਹੁਤ ਥੱਲੇ ਐਂਡ 'ਤੇ ਜਿੱਥੇ ਧੁਨੀ ਤੋਂ ਥੱਲੇ ਹੱਡੀ ਹੈ, ਹੱਡੀ ਦੇ ਉੱਪਰ ਪਿਊਬਿਕ ਬੋਨ, ਜਿੱਥੇ ਪਿਊਬਿਕ ਹੇਅਰਸ ਹੁੰਦੇ ਆ, ਜਿੱਥੇ ਆਪਣੇ ਵਾਲ ਨਹੀਂ ਹੁੰਦੇ ਥੱਲੇ, ਉਸ ਤੋਂ ਜਸਟ ਉੱਪਰ ਜਿੱਥੇ ਪੇਟ ਅਤੇ ਥੱਲੜਾ ਜਿਹੜਾ ਰਿਪਰੋਡਕਟਿਵ ਆਰਗਨ ਦਾ ਕਨੈਕਸ਼ਨ ਹੈ, ਯਾਨੀ ਕਿ ਉਹਦੇ ਵਿਚਾਲੇ ਜੇ, ਤਾਂ ਉੱਥੇ ਹੁੰਦਾ ਸਵਾਦਿਸਥਾਨ। ਯਾਨੀ ਕਿ ਉਹ 2 ਸੈਂਟਰ ਥੱਲੇ ਨੇ।
ਇਹ ਸੈਂਟਰ ਜਿਹੜੇ ਨੇ ਇਹਨਾਂ ਨੂੰ ਇਹਨਾਂ ਜਿਹੜੇ ਬੇਸਿਕਲੀ ਰਿਪਰੋਡਕਟਿਵ ਸਿਸਟਮ ਨੂੰ ਤੇ ਸਾਰੇ ਸਿਸਟਮ ਨੂੰ ਕੰਟਰੋਲ ਕਰਦੇ ਆ। ਤੁਹਾਡੇ ਸੈਕਸ ਨੂੰ, ਤੁਹਾਡੇ ਰਿਪਰੋਡਕਟਿਵ ਆਰਗਨਸ ਨੂੰ, ਤੁਹਾਡੇ ਮਲ ਦੁਆਰ ਨੂੰ, ਤੁਹਾਡੇ ਯੂਰਿਨਰੀ ਸਿਸਟਮ ਨੂੰ, ਉਹਦੇ ਸਾਰਾ ਦਾ ਸਾਰਾ ਉਹ ਸਾਰੀ ਊਰਜਾ ਦਾ ਕੰਟਰੋਲ ਉੱਥੇ ਹੈ। ਇਹਦੀ ਵੀ ਕੋਈ ਐਕਸਰਸਾਈਜ਼? ਹਾਂ, ਉਹਦੀ ਐਕਸਰਸਾਈਜ਼ ਕਪਾਲਭਾਤੀ ਕਪਾਲਭਾਤੀ ਕਰਦੇ ਆਪਾਂ। ਜਿਹੜਾ ਕਪਾਲਭਾਤੀ ਬਾਜ ਲੋਕਾਂ ਨੂੰ ਬਹੁਤ ਕਪਾਲਭਾਤੀ ਉਹਨਾਂ ਪਾਪੂਲਰ ਹੋ ਗਿਆ ਹੋਇਆ, ਮਤਲਬ ਪੇਟ ਨੂੰ ਬਾਰ ਬਸ ਝਟਕਾ ਦੇ ਕੇ ਸਿਖਾਉਣਾ, ਹਾਂ ਝਟਕਾ ਦੇ ਕੇ ਪੇਟ ਨੂੰ ਟਾਈਟ ਕਰਨਾ ਝਟਕੇ ਨਾਲ, ਹਾਂ ਸਾਰਾ ਇੱਕਦਮ ਬਾਹਰ। ਹਾਂ ਕਪਾਲਭਾਤੀ। ਤੇ ਉਸ ਤੋਂ ਅੱਗੇ ਧੁੰਨੀ ਤੇ ਹੈਗਾ ਉਹ ਮਨੀਪੁਰਾ ਸੈਂਟਰ ਕਹਿੰਦੇ ਉਹਨੂੰ, ਮਨੀਪੁਰਾ ਧੁੰਨੀ ਤੇ ਬਿਲਕੁਲ ਨੇਵਲ ਸੈਂਟਰ ਕਹਿੰਦੇ ਉਹਨੂੰ, ਨੇਵਲ ਸੈਂਟਰ। ਉਹ ਡਾਈਜੈਸ਼ਨ ਦਾ ਸਾਰਾ ਸਿਸਟਮ ਜਿਹੜਾ ਤੁਹਾਡਾ ਐਬਡੋਮਨ ਦਾ ਉਹ ਸਾਰਾ ਉੱਥੋਂ ਕੰਟਰੋਲ ਹੁੰਦਾ। ਫਿਰ ਤੁਹਾਡਾ ਹੈਗਾ ਜਿਹੜਾ ਉਹਦਾ ਜਿਹੜਾ ਚੈਸਟ ਵਾਲਾ ਸੈਂਟਰ ਹੈ ਉਹਦਾ ਨਾਮ ਹੁੰਦਾ ਨਾ ਮੇਰੇ ਆਊਟ ਆਫ ਮਾਈਂਡ ਹੋ ਗਿਆ ਉਹਦੇ, ਜਿਹੜਾ ਚੈਸਟ ਦੇ ਬਿਲਕੁਲ ਸੈਂਟਰ 'ਚ ਹੁੰਦਾ, ਚੈਸਟ ਦੇ ਬਿਲਕੁਲ ਸੈਂਟਰ, ਅਨਹਦ ਸੈਂਟਰ, ਅਨਹਦ। ਗੱਲ ਕੀਤੀ ਹੈਗੀ ਕਿ ਜਿਹੜਾ ਡਾਈਜੈਸਟਿਵ ਸਿਸਟਮ ਦੇ ਨਾਲ ਇਹਦੇ ਨਾਲ ਵੀ ਕੋਈ ਐਕਸਰਸਾਈਜ਼ ਹੁੰਦੀ ਹੈ? ਹਾਂ, ਉਹ ਮਨੀਪੁਰ ਸੈਂਟਰ ਕਪਾਲਭਾਤੀ ਮਨੀਪੁਰ ਤੇ ਸਵਾਦਿਸਤਾਨ ਤੇ ਦੋਨੋਂ ਸਟਿਮੂਲੇਟ ਹੁੰਦੇ ਆ। ਹਾਂ, ਮਨੀਪੁਰ ਤਾਂ ਕਾਫੀ ਜਿੰਨੇ ਵੀ ਪੇਟ ਵਾਲੇ ਐਕਸਰਸਾਈਜ਼ ਹੋਣਗੀਆਂ ਮਨੀਪੁਰ ਸੈਂਟਰ ਉਹਦਾ ਸਟਿਮੂਲੇਟ ਹੋਏਗਾ। ਫਿਰ ਆ ਗਿਆ ਤੁਹਾਡਾ ਅਨਹਦ ਨਾਦ ਜੀ ਦਾ ਇੱਥੇ ਹਾਰਟ ਦੇ। ਤੁਸੀਂ ਜਦੋਂ ਆਪਾਂ ਜਾਂਦੇ ਹਾਂ ਵਿਆਹ 'ਚ ਤੇ ਉਹ ਬਹੁਤ ਉੱਚਾ ਡੀਜੇ ਲੱਗਿਆ ਹੁੰਦਾ ਤਾਂ ਧੜਕਦਾ ਕਿੱਥੇ ਆ? ਉਹ ਧੜਕਣ ਬਾਈ ਉਹ ਹੈ ਅਨਹਦ ਸੈਂਟਰ। ਉਹ ਸੈਂਟਰ ਬਹੁਤ ਸੈਂਸਿਟਿਵ ਹੁੰਦਾ। ਉਹ ਜਦੋਂ ਧੱਕ ਕਰਕੇ ਉਹ ਜਦੋਂ ਬਹੁਤ ਨਾ ਡੱਗਾ ਉਹ ਤੁਹਾਡਾ ਇੱਥੇ ਵੱਜਦਾ। ਅਤੇ ਉਹ ਕਈ ਵਾਰੀ ਇੰਨਾ ਹੁੰਦਾ ਕਿ ਬੰਦੇ ਘਬਰਾ ਜਾਂਦੇ ਆ, ਉਹ ਦੂਰ ਚਲੇ ਜਾਂਦੇ ਆ। ਜੇ ਬਹੁਤ ਸੈਂਸਿਟਿਵ ਬੰਦੇ ਹੁੰਦੇ ਨਾ ਉਹ ਨਹੀਂ ਟੋਲਰੇਟ ਕਰ ਸਕਦੇ ਉਹਨੂੰ, ਤਾਂ ਉਹ ਦੂਰ ਚਲੇ ਜਾਂਦੇ ਆ। ਫਿਰ ਉਸ ਤੋਂ ਬਾਅਦ ਅੱਗੇ ਆ ਗਿਆ ਤੁਹਾਡਾ ਵਿਸ਼ੁੱਧੀ ਚੱਕਰ। ਇੱਥੇ ਥਾਇਰਾਇਡ ਕੋਲ ਇੱਥੇ ਸੈਂਟਰ ਹੁੰਦਾ, ਗੱਲ ਕਰਦੇ ਹੁੰਦੇ ਸੈਂਟਰ ਵਿਸ਼ੁੱਧੀ ਜਿੱਥੇ ਕੰਠ ਇਹ ਵਿਸ਼ੁੱਧੀ। ਉਹ ਜਿਹੜਾ ਕਲਾਸੀਕਲ ਮਿਊਜ਼ਿਕ ਹੈ ਉਹ ਇੱਥੇ ਇਹਨੂੰ ਕਰਦਾ। ਫਿਰ ਉਸ ਤੋਂ ਅੱਗੇ ਆ ਗਿਆ ਥੋੜ੍ਹਾ ਇਹ ਆਗਿਆ ਚੱਕਰ ਜਾਂ ਅਜਨਾ ਆਗਿਆ ਚੱਕਰ। ਇਹ ਦੋ ਆਈਬਰੋਜ਼ ਦੇ ਵਿਚਾਲੇ ਜਿੱਥੇ ਬਿੰਦੀ ਲਾਉਂਦੇ ਆਪਾਂ, ਪਾਈਨਲ ਗਲੈਂਡ ਬਿਲਕੁਲ ਬੈਕ ਸਾਈਡ ਤੇ ਪਾਈਨਲ ਗਲੈਂਡ ਉਹਦੇ। ਫਿਰ ਉੱਪਰ ਹੈਗਾ ਲਾਸਟ ਦੇ ਉੱਪਰ ਟੌਪ ਤੇ ਆ ਸਹਿਸਰਾਰ ਜਿਹੜਾ ਉੱਥੇ ਜਿੱਥੇ ਸਿੱਖ ਨੂੰ ਜੂੜਾ ਕਰਦੇ ਆ, ਉਹ ਸਹਿਸਰਾਰ ਹੈ। ਉਹ ਬੜੀ ਸਾਇੰਟੀਫਿਕ ਗੱਲਾਂ ਨੇ, ਜੂੜਾ ਕਿਵੇਂ ਉੱਪਰ ਜਾਂਦਾ। ਸਹਿਸਰਾਰ ਜਿਹੜਾ ਉਹ ਤਾਂ ਕਿ ਤੁਹਾਡੀ ਚੇਤਨਾ ਜਿਹੜੀ ਆ ਉਹ ਤੁਹਾਡੇ ਉੱਥੇ ਫੋਕਸ ਹੋ ਜਾਏਗੀ। ਇੱਥੇ ਜਦੋਂ ਵੀ ਤੁਸੀਂ ਕੋਸ਼ਿਸ਼ ਕਰੋਗੇ ਤਾਂ ਫਾਈਨਲ ਉਹ ਆਨੰਦ ਦੀ ਸਥਿਤੀ ਜਿਹੜੀ ਆ ਉਹ। ਤਾਂ ਇਹ 7 ਸੈਂਟਰ ਨੇ। ਹੁਣ ਇਹ 7 ਸੈਂਟਰਾਂ ਨਾਲ ਅਗਰ ਜੋੜ ਕੇ ਆਪਾਂ ਮੈਡੀਟੇਸ਼ਨ ਕਰਾਂਗੇ ਜਾਂ ਪ੍ਰਾਣਾਯਾਮ ਕਰਾਂਗੇ ਤਾਂ ਬਹੁਤ ਵੰਡਰਫੁਲ ਰਿਜ਼ਲਟਸ ਆਉਂਦੇ ਆ। ਕੋਈ 7 ਸੈਂਟਰ ਸਟਿਮੂਲੇਟ ਹੋ ਜਾਂਦੇ ਆ। 7 ਸੈਂਟਰਾਂ 'ਚੋਂ ਤੁਹਾਡੇ 5 ਸੈਂਟਰ ਦਾ ਸਿੰਪਲ ਤੁਸੀਂ ਮੰਤਰਾ ਜਾਪ ਨਾਲ ਸਟਿਮੂਲੇਟ ਕਰ ਸਕਦੇ ਹੋ। ਜਦੋਂ ਇੱਥੋਂ ਤੁਸੀਂ ਗਾਓਗੇ ਵਾਹਿਗੁਰੂ, ਤਾਂ ਇੱਥੇ ਸਟਿਮੂਲੇਟ ਜਦੋਂ ਹੋਊਗਾ ਤਾਂ ਇਹ ਵਾਲਾ ਸੈਂਟਰ ਆਟੋਮੈਟਿਕ ਸਟਿਮੂਲੇਟ ਹੋਏਗਾ ਔਰ ਇਹ ਵਾਲਾ ਸਟਿਮੂਲੇਟ ਹੋਏਗਾ। 3 ਸੈਂਟਰ ਜਿਹੜੇ ਨੇ ਆਟੋਮੈਟਿਕ ਸਟਿਮੂਲੇਟ ਹੋ ਜਾਣਗੇ। ਇਹ ਤੇ ਇਹ ਵਾਲਾ ਅਨਹਦ। ਤੁਸੀਂ ਕਦੀ ਕਰਕੇ ਦੇਖਿਓ ਵਾਹਿਗੁਰੂ ਜਪ ਲੰਬਾ ਕਰਕੇ, ਜਿਵੇਂ ਆਪਾਂ ਵਾਹਿਗੁਰੂ ਯਾਨੀ ਆਪਾਂ ਭਾਰੀ ਆਵਾਜ਼ ਦੇ ਵਿੱਚ ਗਾਣਾ ਹੈਗਾ ਵਾਹਿਗੁਰੂ, ਹੈ ਨਾ। ਤੁਹਾਡੇ ਕੰਠ ਕਿਵੇਂ ਪਤਾ ਲੱਗੇਗਾ? ਜਦੋਂ ਕੰਠ ਤੋਂ ਆਵਾਜ਼ ਨਿਕਲੇਗੀ ਤਾਂ ਵਾਈਬ੍ਰੇਸ਼ਨ ਤੁਹਾਨੂੰ ਫੀਲ ਹੋ ਜਾਏਗੀ। ਇੱਥੇ ਵੀ ਫੀਲ ਹੋਏਗੀ ਔਰ ਗਰਦਨ 'ਚ ਵੀ ਫੀਲ ਹੋਏਗੀ ਵਾਈਬ੍ਰੇਸ਼ਨ। ਜੇ ਤੁਸੀਂ ਪ੍ਰੋਪਰ ਜਿਵੇਂ ਆਪਾਂ ਗੱਲਾਂ ਕਰ ਰਹੇ ਹੋ ਆਪਾਂ ਨੂੰ ਵੀ ਫੀਲ ਇਹ ਬਾਹਰਲੀ ਇੱਥੋਂ ਦੀ ਸਾਊਂਡ ਹੈ। ਜਦੋਂ ਆਪਾਂ ਆਮ ਗੱਲਾਂ ਕਰ ਰਹੇ ਹਾਂ ਤਾਂ ਆਮ ਵਾਂਗੂ ਉਹ ਵਾਹਿਗੁਰੂ ਜਾਪ ਨਹੀਂ ਕਰਨਾ, ਜੇ ਕੋਈ ਵੀ ਮੰਤਰ ਉਚਾਰਨ ਨਹੀਂ ਕਰਨਾ ਆਮ ਵਾਂਗੂ, ਉਹ ਗਲੇ ਤੋਂ। ਕਿਉਂਕਿ ਉਹ ਫਿਰ ਜਿਹੜੀ ਹੈ ਉਹ ਜਿਹੜੀ ਸੈਂਟਰ ਸਟਿਮੂਲੇਸ਼ਨ 3 ਸੈਂਟਰ ਤੁਸੀਂ ਸਿੰਪਲ ਵਾਹਿਗੁਰੂ ਜਾਪ ਨਾ ਕਰ ਸਕਦੇ ਹੋ ਸਟਿਮੂਲੇਟ। 3 ਸਟਿਮੂਲੇਟ ਹੋ ਗਏ। ਜਿਹੜਾ ਸਹਿਸਰਾਰ ਹੁੰਦਾ ਇਹਨੂੰ ਕੁਛ ਨਹੀਂ ਕਰਨ ਦੀ ਲੋੜ ਹੁੰਦੀ। ਸਹਿਸਰਾਰ ਫਾਈਨਲ ਹੈ। ਜੋ ਤੁਸੀਂ ਤੁਹਾਡੇ ਸੈਂਟਰ ਸਾਰੇ ਐਕਟਿਵ ਹੋਣਗੇ ਤਾਂ ਸਹਿਸਰਾਰ ਤਾਂ ਆਪਣੇ ਆਪ ਹੀ ਸਟਿਮੂਲੇਟਡ ਹੈ। ਸਹਿਸਰਾਰ ਦਾ ਪੂਰਾ ਕੰਟਰੋਲ ਹੈ। ਸਹਿਸਰਾਰ ਤਾਂ ਦਾਦਾ ਹੈ, ਉਹ ਜੁੜਿਆ ਹੋਇਆ ਉੱਪਰ ਕਾਸਮਿਕ ਊਰਜਾ ਨਾਲ ਜੁੜਿਆ ਹੋਇਆ, ਆਟੋਮੈਟਿਕਲੀ ਜੁੜਿਆ ਹੋਇਆ। ਜਿਵੇਂ ਪੰਡਤ ਬੋਧੀ ਰੱਖਦੇ ਸੀ ਉੱਥੇ ਤੇ ਸਰਦਾਰ ਜੂੜਾ ਕਰਦੇ ਆ, ਇਹ ਕਿਤੇ ਨਾ ਕਿਤੇ ਇਹਦੇ ਪਿੱਛੇ ਬਹੁਤ ਸਾਇੰਟੀਫਿਕ ਲੌਜਿਕ ਹੁੰਦਾ। ਉਹ ਐਵੇਂ ਨਹੀਂ ਪੰਡਤ ਬੋਧੀ ਰੱਖਦੇ ਸੀ ਉੱਥੇ, ਰਿਸ਼ੀ ਮੁਨੀ ਜੂੜਾ ਕਰਦੇ ਰਹੇ। ਰਿਸ਼ੀ ਮੁਨੀ ਜੂੜਾ ਕਰ ਦਿੰਦੇ ਸੀ। ਤਾਂ ਉਹ ਕਿਤੇ ਨਾ ਕਿਤੇ ਜਿਹੜਾ ਉਹਦਾ ਵਿਗਿਆਨਕ ਆਧਾਰ ਹੈ ਕਿ ਉਹ ਜਿਹੜਾ ਸੈਂਟਰ ਹੈ ਉਹ ਕਾਸਮਿਕ ਊਰਜਾ ਨਾਲ ਉਹ ਕਈ ਵਾਰੀ ਸਰਦਾਰਾਂ ਨੂੰ ਮਜ਼ਾਕ ਕਰਨ ਲੈਂਦੇ ਲੋਕ, ਉਹਦਾ ਤੁਹਾਡਾ ਏਰੀਆ ਹੈ, ਉਹ ਵਾਕਿਆ ਏਰੀਆ ਹੈ, ਉਹ ਵਾਕਿਆ ਏਰੀਆ ਵਾਲਾ ਸੈਂਟਰ ਉੱਥੇ ਆ
ਤਾਂ ਉਹ ਉਹਦੇ ਨਾਲ ਕਾਸਮਿਕ ਊਰਜਾ ਨਾਲ ਜੁੜਿਆ ਹੁੰਦਾ। ਉਹਨੂੰ ਕੁਝ ਨਹੀਂ ਕਰਨ ਦੀ ਲੋੜ, ਨਾ ਤੁਸੀਂ ਉਹਨੂੰ ਸਟਿਮੂਲੇਟ ਕਰ ਵੀ ਨਹੀਂ ਸਕਦੇ, ਤੁਹਾਡੇ ਕੰਟਰੋਲ 'ਚ ਵੀ ਨਹੀਂ ਹੈ। ਇਹ ਬਾਕੀ ਸਭ ਤੁਹਾਡੇ ਕੰਟਰੋਲ 'ਚ ਨੇ, ਬਾਕੀ ਸਭ ਨੂੰ ਤੁਸੀਂ ਆਪਣੀ ਅੱਡ ਕਿਰਿਆਵਾਂ ਨਾਲ ਸਟਿਮੂਲੇਟ ਕਰ ਸਕਦੇ ਹੋ, ਲੇਕਿਨ ਇਹਨੂੰ ਨਹੀਂ ਕਰ ਸਕਦੇ। ਜਦੋਂ ਬਾਕੀ ਸਾਰੇ ਸਟਿਮੂਲੇਟ ਹੋ ਗਏ ਤੇ ਬੈਲੈਂਸਡ ਹੋ ਗਏ ਤਾਂ ਇਹ ਆਟੋਮੈਟਿਕ ਇੱਥੇ ਚਲਾ ਜਾਏਗਾ ਆ ਟਾਈਪ। ਤਾਂ ਉਹ ਜਿਹੜੇ 7 ਸੈਂਟਰਾਂ ਦੀ ਜਿਹੜੀ ਸਟਿਮੂਲੇਸ਼ਨ ਹੈ, ਉਹ ਮੈਂ ਸਮਝਦਾ ਕਿ ਜਿਹੜੀ ਮੈਡੀਟੇਸ਼ਨ ਨਾਲ ਜੋੜ ਕੇ 2 ਸਟੈਪਸ 'ਚ ਆਪਾਂ ਕਰਾਂਗੇ ਅਗਲੀਆਂ ਵੀਡੀਓਜ਼। ਇੱਕ ਤਾਂ ਜੋੜਾਂਗੇ ਕਿ ਕਿਸ ਤਰ੍ਹਾਂ ਇਹ ਸੈਂਟਰਾਂ ਦਾ ਕਨਸੈਪਟ ਕੀ ਆ, ਅਤੇ ਦੂਜੀ ਗੱਲ ਸੈਂਟਰਾਂ ਨੂੰ ਮੈਡੀਟੇਸ਼ਨ ਨਾਲ ਸਟਿਮੂਲੇਟ ਕਿਵੇਂ ਕੀਤਾ ਜਾਵੇ, ਜਾਂ ਪ੍ਰਾਣਾਯਾਮ ਨਾਲ ਸਟਿਮੂਲੇਟ ਕਿਵੇਂ ਕੀਤਾ ਜਾਵੇ। ਦੂਜੀ ਗੱਲ, ਇਹ ਤਿੰਨਾਂ ਨੂੰ ਕਿਵੇਂ ਆਪਸ 'ਚ ਜੋੜਿਆ ਜਾ ਸਕਦਾ ਹੈ ਕਿ ਮੰਤਰਾ ਜਾਪ ਨੂੰ ਅੱਡ ਸਟ੍ਰੈਚਿੰਗ ਐਕਸਰਸਾਈਜ਼ ਨਾਲ ਵੀ ਕਰ ਸਕਦਾ। ਅੱਜ ਦੇ ਬੰਦੇ ਕੋਲ ਟਾਈਮ ਨਹੀਂ ਹੈ। ਮੈਂ ਤਾਂ ਜਿਹੜੀ ਬਹੁਤ ਰਿਸਰਚ ਕੀਤੀ ਹੈ ਕਿ ਤੁਸੀਂ ਸਟ੍ਰੈਚਿੰਗ ਐਕਸਰਸਾਈਜ਼ ਨਾਲ ਜੋੜ ਕੇ ਵੀ ਮੰਤਰਾ ਜਾਪ ਕਰ ਸਕਦੇ ਹੋ ਅਤੇ ਸੈਂਟਰ ਸਟਿਮੂਲੇਟ ਕਰ ਸਕਦੇ ਹੋ। ਯਾਨੀ ਕਿ ਸੈਂਟਰ ਸਟਿਮੂਲੇਸ਼ਨ, ਮੰਤਰਾ ਜਾਪ ਔਰ ਸਟ੍ਰੈਚਿੰਗ ਐਕਸਰਸਾਈਜ਼ ਤਿੰਨੋਂ ਸਾਈਮਲਟੇਨਸਲੀ ਹੋ ਜਾਣਗੀਆਂ। ਦੈਟ ਮੀਨ ਜਿਹੜਾ ਤੁਸੀਂ ਟਾਈਮ ਲਾਉਣਾ ਹੈ ਅੱਧਾ ਘੰਟਾ ਪੌਣਾ ਘੰਟਾ, ਉਹ ਤੁਹਾਡੇ 'ਚ ਤੁਹਾਨੂੰ ਅੱਡ ਕਰਨ ਦੀ ਲੋੜ ਨਹੀਂ ਪਏਗੀ। ਤਿੰਨਾਂ ਨੂੰ ਕੰਬਾਈਨ ਕਰਕੇ ਆਪਾਂ ਕਰਾਂਗੇ ਤਾਂ ਬਹੁਤ ਹੀ ਪਿਆਰੀ ਫੀਲਿੰਗ ਆਉਂਦੀ ਹੈ। ਤਾਂ ਅਸੀਂ ਤੁਹਾਡੀ ਜਿਹੜੀ ਕਨੈਕਟਡਨੈਸ ਹੈ, ਜਿਹੜੀ ਤੁਹਾਨੂੰ ਨਾ ਤੁਸੀਂ ਰੋਲੇ ਜਿਹੇ ਰਹਿੰਦੇ ਹੋ, ਇਕੱਲੇ ਜਿਹੇ ਲੱਗਦਾ ਤੁਸੀਂ ਇਕੱਲੇ ਹੀ ਹੋ, ਤਾਂ ਉਹ ਕਨੈਕਟਡਨੈਸ ਜਿਹੜੀ ਹੈ ਤੁਹਾਡੀ ਕਾਸਮਿਕ ਊਰਜਾ ਨਾਲ, ਆਲੇ ਦੁਆਲੇ ਨਾਲ, ਪਰਮਾਤਮਾ ਨਾਲ, ਨੇਚਰ ਨਾਲ ਆਟੋਮੈਟਿਕ ਬਣ ਜਾਏਗੀ ਤਿੰਨਾਂ ਨੂੰ ਕੰਬਾਈਨ ਕਰਕੇ। ਉਹਦੀ ਕਿਤੇ ਡੈਮੋ ਕਰਾਂਗੇ ਆਪਾਂ, ਸਵੇਰੇ ਕਰਾਂਗੇ ਰਿਕਾਰਡਿੰਗ ਉਹਦੀ, ਜਦੋਂ ਕਿ ਉਦੋਂ ਹੀ ਬਹੁਤ ਜਿਹੜਾ ਬ੍ਰਹਮ ਮੁਹੂਰਤ ਹੁੰਦਾ ਸਵੇਰੇ ਅੰਮ੍ਰਿਤ ਵੇਲਾ, ਉਸ ਵੇਲੇ ਜੋ ਉਹਦਾ ਕਰਨ ਦਾ ਬਾਡੀ ਦੇ ਅੰਦਰ ਊਰਜਾ ਹੁੰਦੀ ਹੈ, ਉਹ ਦਿਨ 'ਚ ਫਿਰ ਨਹੀਂ ਰਹਿੰਦੀ। ਦਿਨ 'ਚ ਤੁਹਾਡੇ ਆਲੇ ਦੁਆਲੇ ਪਾਸਿਓਂ ਅਟਰੈਕਸ਼ਨਸ ਬਹੁਤ ਜ਼ਿਆਦਾ ਹੁੰਦੀਆਂ ਨੇ, ਰਾਮ ਰੌਲਾ ਬਹੁਤ ਹੁੰਦਾ। ਉਹ ਕਿਤੇ ਆਪਾਂ ਰਿਕਾਰਡਿੰਗ ਕਰਾਂਗੇ ਸਵੇਰੇ ਮਾਰਨਿੰਗ 'ਚ, ਅਤੇ ਬਹੁਤ ਕਮਾਲ ਦੀ ਉਹ ਵੀਡੀਓ ਮੈਨੂੰ ਲੱਗਦਾ ਕਿ ਬਣੇਗੀ। ਅਤੇ ਉਹ ਇੱਕ ਸਾਡੇ ਜਿਹੜੇ ਦੋਸਤ ਨੇ ਜਿਹੜੇ ਸਿੱਖਣਾ ਚਾਹੁੰਦੇ ਆ ਇਹ, ਉਹਨਾਂ ਵਾਸਤੇ ਇੱਕ ਡੈਮੋ ਹੋ ਜਾਏਗੀ ਕਿ ਕਿਵੇਂ ਤੁਸੀਂ ਤਿੰਨੇ ਚੀਜ਼ਾਂ ਇਕੱਠੀਆਂ ਕਰ ਸਕਦੇ ਹੋ। ਸਟ੍ਰੈਚਿੰਗ ਐਕਸਰਸਾਈਜ਼ ਕਰ ਸਕਦੇ ਹੋ, ਮੰਤਰਾ ਜਾਪ ਕਰ ਸਕਦੇ ਹੋ, ਔਰ ਸੈਂਟਰ ਸਟਿਮੂਲੇਸ਼ਨ ਕਰ ਸਕਦੇ ਹੋ। ਤਾਂ ਵਾਈਬ੍ਰੇਸ਼ਨ ਜਿਹੜੀ ਬੇਸਿਕਲੀ ਸੈਂਟਰ ਸਟਿਮੂਲੇਸ਼ਨ 'ਤੇ ਅਸੀਂ ਕਿੱਦਾਂ ਯੂਜ਼ ਕਰਨੀ ਆ, ਉਹਦੇ 'ਚ ਜਿਹੜੀ ਹੈ ਆਪਾਂ ਮੇਰੇ ਖਿਆਲ ਲੰਬੀ ਹੋ ਜੂਗੀ ਵੀਡੀਓ, ਉਹ ਨੈਕਸਟ ਵੀਡੀਓ 'ਚ ਕਰ ਲਾਂਗੇ, ਜ਼ਿਆਦਾ ਬੈਟਰ ਹੈ। ਅਤੇ ਹੁਣ ਇੱਕ ਬੇਸਿਕ ਕਨਸੈਪਟ ਜਿਹੜਾ ਹੈ ਕਿ ਵਾਈਬ੍ਰੇਸ਼ਨ, ਤਾਂ ਇਹ ਆਪਣੀ ਜਿਹੜੀ ਹੁਣ ਇਹਨੂੰ ਆਪਾਂ ਸਮ ਅਪ ਕਰੀਏ ਕਿ ਕਿਹੜੀ ਊਰਜਾ ਨੂੰ ਆਪਾਂ ਕਿਵੇਂ ਹੀਲਿੰਗ ਵਾਸਤੇ ਯੂਜ਼ ਕਰ ਸਕਦੇ ਹਾਂ। ਸਾਰਿਆਂ ਨੂੰ ਅਸੀਂ ਵੈਸੇ ਤਾਂ ਜਿਹੜੀ ਕੁਆਂਟਮ ਹੀਲਿੰਗ ਕਹਿਣਾ ਚਾਹੀਦਾ ਸਾਰੇ ਉਹਨਾਂ ਤਰੀਕਿਆਂ ਨੂੰ ਜਿਹ 'ਚ ਅਸੀਂ ਕੋਈ ਦਵਾਈ ਨਹੀਂ ਵਰਤ ਰਹੇ। ਕਿਉਂਕਿ ਪਾਣੀ ਵੀ ਅਲਟੀਮੇਟਲੀ ਜੋ ਪਾਣੀ ਦੀ ਗਰਮੀ ਸਾਨੂੰ ਲੱਗ ਰਹੀ ਹੈ ਜਾਂ ਪਾਣੀ ਤੋਂ ਠੰਡ ਲੱਗ ਰਹੀ ਹੈ, ਤਾਂ ਉਹ ਪਾਣੀ ਦੇ ਰਾਹੀਂ ਊਰਜਾ ਜਾ ਰਹੀ ਸਾਡੇ ਅੰਦਰ, ਕਿਤੇ ਨਾ ਕਿਤੇ ਸਾਨੂੰ ਸਟਿਮੂਲੇਟ ਕਰ ਰਹੀ ਹੈ, ਸਾਡੀ ਅੰਦਰਲੀ ਊਰਜਾ ਨੂੰ ਸਟਿਮੂਲੇਟ ਕਰ ਰਹੀ ਹੈ। ਪਾਣੀ ਸਾਡੇ ਅੰਦਰਲੀ ਊਰਜਾ ਨੂੰ ਸਟਿਮੂਲੇਟ ਕਰ ਰਿਹਾ। ਉਹ ਸਾਰਿਆਂ ਨੂੰ ਕੁਆਂਟਮ ਕਹਿਣਾ ਚਾਹੀਦਾ ਵੈਸੇ ਤਾਂ, ਪਰ ਤੁਸੀਂ ਚਲੋ ਉਹਨੂੰ ਸੈਪਰੇਟ ਕਰ ਲਓ ਕਿ ਤੁਸੀਂ ਜਿਹੜੀ ਹੈ ਸੈਪਰੇਟ ਨੂੰ ਕਰਨਾ ਵੈਸੇ ਔਖਾ ਬਹੁਤ ਹੈ, ਕਿਉਂਕਿ ਹਵਾ ਨੂੰ ਅਲਟੀਮੇਟਲੀ ਤੁਸੀਂ ਯੂਜ਼ ਕਰੋਗੇ ਜਦੋਂ ਵੀ ਮੰਤਰਾ ਜਾਪ ਕਰੋਗੇ ਤਾਂ ਹਵਾ ਤਾਂ ਨਾਲ ਆਏਗੀ। ਸੋ ਪਦਾਰਥ ਨੂੰ ਤਾਂ ਊਰਜਾ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਹਵਾ ਨੂੰ ਜਿਹੜੀ ਤੁਸੀਂ ਸਾਹ ਰਾਹੀਂ ਹਵਾ ਲੈ ਰਹੇ ਹੋ, ਉਹਨੂੰ ਤਾਂ ਕਿਤੇ ਨਾ ਕਿਤੇ ਊਰਜਾ ਨਾਲ ਜੋੜਨਾ ਪਏਗਾ ਨਾ। ਊਰਜਾ ਇਕੱਲੀ ਨੂੰ ਕੈਚ ਕਰਨਾ ਬਹੁਤ ਔਖਾ ਹੈ। ਊਰਜਾ ਇਕੱਲੀ ਨੂੰ ਕਿਵੇਂ ਕੈਚ ਕਰੋਗੇ? ਊਰਜਾ ਇਕੱਲੀ ਤਾਂ ਫਿਰ ਧੁੱਪ ਆ ਰਹੀ ਹੈ, ਬੈਠ ਜਾਓ ਉੱਥੇ, ਉਹ ਊਰਜਾ ਉਹ ਵੀ ਹੀਲ ਕਰਦੀ ਹੈ। ਸੂਰਜ ਦੀ ਊਰਜਾ ਵੀ ਹੀਲ ਕਰਦੀ ਹੈ। ਸੂਰਜ ਦੀ ਊਰਜਾ ਆਪਣੇ ਆਪ 'ਚ ਹੀਲਿੰਗ ਹੈ ਬਹੁਤ ਜ਼ਿਆਦਾ। ਅਗਰ ਜੇ ਕਾਸਮਿਕ ਊਰਜਾ ਤੁਸੀਂ ਬਾਹਰ ਖੁੱਲ੍ਹੇ ਅਸਮਾਨ 'ਚ ਬੈਠਦੇ ਹੋ, ਉਹ ਅਦਰਵਾਈਜ਼ ਊਰਜਾ ਚੰਦਰਮਾ ਤੋਂ ਊਰਜਾ ਆ ਰਹੀ ਹੁੰਦੀ। ਚੰਦਰਮਾ ਮੂਨਲਾਈਟ ਨਾਈਟ 'ਚ ਕਿਤੇ ਹਨੇਰੇ 'ਚ ਜਾ ਕੇ ਚੰਨ ਚਾਨਣੀ ਰਾਤ 'ਚ ਬੈਠ ਕੇ ਦੇਖੋ, ਜੋ ਤੁਹਾਨੂੰ ਫੀਲਿੰਗ ਆਉਂਦੀ ਹੈ। ਮੈਂ ਤਾਂ ਬਹੁਤ ਵਾਰੀ ਫੀਲਿੰਗ ਕੀਤੀ ਹੋਈ ਆ, ਮਤਲਬ ਆਨੰਦ ਦੀ ਫੀਲਿੰਗ ਆ ਜਾਂਦੀ ਹੈ। ਤੁਸੀਂ ਬਹੁਤ ਤੁਹਾਡੀ ਫੁੱਲ ਮੂਨ ਨਾਈਟ ਹੋਵੇ, ਆਲੇ ਦੁਆਲੇ ਤੁਹਾਡੀ ਕੋਈ ਰੋਸ਼ਨੀ ਨਾ ਹੋਵੇ, ਔਰ ਫੁੱਲ ਨਾਈਟ ਮੂਨ ਦੇ ਵਿੱਚ ਤੁਸੀਂ ਜਾ ਕੇ ਕਿਤੇ ਬਾਹਰ ਬੈਠੋ ਠੰਡੀ ਹਵਾ 'ਚ। ਮੈਂ ਤਾਂ ਪਹਾੜਾਂ 'ਚ ਬਹੁਤ ਵਾਰੀ ਕਰਕੇ ਦੇਖਿਆ ਹੈ। ਤਾਂ ਇੱਕ ਬਹੁਤ ਹੀ ਕਮਾਲ ਦਾ ਜਿਹੜਾ ਐਕਸਪੀਰੀਅੰਸ ਹੁੰਦਾ ਜੇ ਤੁਸੀਂ ਚੰਦਰਮਾ ਦੀ ਲਾਈਟ 'ਚ ਬੈਠਦੇ ਹੋ ਤਾਂ ਉਹ ਚੰਦਰਮਾ ਵੀ ਬਹੁਤ ਵਧੀਆ ਊਰਜਾ ਦਿੰਦਾ ਸਾਨੂੰ। ਡਾਕਟਰ ਸਾਹਿਬ ਇੱਕ ਚੀਜ਼ ਹੋਰ ਦੱਸੋ, ਇਹ ਵੀ ਜਿੱਥੇ ਮੇਰੇ ਮਨ 'ਚ ਸਵਾਲ ਆਉਂਦਾ ਕਿ ਪਹਿਲਾਂ ਲੋਕ ਬਾਹਰ ਸੋਇਆ ਕਰਦੇ ਸੀ, ਰਾਤ ਨੂੰ ਬਾਹਰ ਸੋਇਆ ਕਰਦੇ ਸੀ ਖੁੱਲ੍ਹੇ ਅਸਮਾਨ ਦੇ ਨੀਚੇ। ਸਵੇਰੇ ਉਹਨਾਂ ਦੇ ਉੱਤੇ ਤਰੇਲ ਵੀ ਪੈਂਦੀ ਸੀ, ਓਸ ਜਿਹਨੂੰ ਕਹਿੰਦੇ ਨੇ, ਉਹ ਵੀ ਕਿਤੇ ਨਾ ਕਿਤੇ ਜਿਹੜਾ ਉਹ ਬੋਡੀ ਦੇ ਲਈ ਚੰਗੀ ਹੁੰਦੀ ਸੀ ਜਾਂ ਕਿਤੇ, ਕਿਉਂਕਿ ਅੱਜ ਆਪਾਂ ਉਹਨਾਂ ਚੀਜ਼ਾਂ ਤੋਂ ਵਾਂਝੇ ਹੈਗੇ। ਬਿਲਕੁਲ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ। ਤੁਸੀਂ ਕਦੇ ਸੌਂ ਕੇ ਦੇਖਿਓ ਬਾਹਰ ਹੁਣ ਵੀ, ਤੁਹਾਡੇ ਜਦੋਂ ਤੁਸੀਂ ਪੱਖੇ 'ਚ ਸੌਵੋਗੇ ਤੁਹਾਡੇ ਸੀਟ ਸਵੇਰੇ ਕੜਾਹਟ ਹੋਏਗੀ, ਫਰੈਸ਼ਨੈਸ ਨਹੀਂ ਹੋਊਗੀ। ਤੁਸੀਂ ਬਾਹਰ ਸੌਂ ਕੇ ਦੇਖੋ ਬਿਨਾਂ ਪੱਖੇ ਤੋਂ, ਤੁਸੀਂ ਸਵੇਰੇ ਉੱਠੋਗੇ ਤੁਰਤ ਤਾਜ਼ਾ ਉੱਠੋਗੇ। ਏਸੀ ਸੌਂਗੇ ਤਾਂ ਹੋਰ ਵੀ ਜ਼ਿਆਦਾ ਮਾੜਾ ਹਾਲ ਹੁੰਦਾ। ਏਸੀ ਵਾਲਿਆਂ ਦਾ ਤਾਂ ਐਡਾ ਮਾੜਾ ਹਾਲ ਹੁੰਦਾ ਹੈ। ਏਸੀ ਤੁਸੀਂ ਸਵੇਰੇ ਉੱਠਦੇ ਹੋ, ਤੁਹਾਨੂੰ ਭਰ ਗਰਮੀ 'ਚ ਵੀ ਗਰਮ ਪਾਣੀ ਨਾਲ ਨਹਾਉਣਾ ਪਏਗਾ, ਤਾਂ ਤੁਹਾਡਾ ਸਰੀਰ ਖੁੱਲ੍ਹੇਗਾ ਜਾ ਕੇ, ਅਦਰਵਾਈਜ਼ ਤੁਹਾਡਾ ਸਰੀਰ ਚੱਲੇਗਾ ਹੀ ਨਹੀਂ। ਪਰ ਗਰਮੀ 'ਚ ਤੁਸੀਂ ਸੋਚੋ ਨਾ ਬੰਦਾ ਪਹੁੰਚ ਕਿੱਥੇ ਗਿਆ। ਪਹਿਲਾਂ ਉਹ ਰਾਤ ਨੂੰ ਏਸੀ ਚਲਾ ਕੇ ਸੌਂਦਾ,
ਫਿਰ ਉੱਤੇ ਕੰਬਲ ਜਾਂ ਰਜਾਈ ਲੈਂਦਾ ਰਾਤ ਗਰਮੀਆਂ 'ਚ ਕੰਬਲ ਜਾਂ ਰਜਾਈ ਲੈਂਦਾ, ਫਿਰ ਸਵੇਰੇ ਉੱਠ ਕੇ ਗਰਮ ਪਾਣੀ ਨਾਲ ਨਹਾਉਂਦਾ, ਬਾਹਰ ਨਿਕਲਦਾ ਤਾਂ ਹੱਦ ਦਾ ਜਿਹਦੀ ਗਰਮੀ ਹੈ, ਫਿਰ ਉਹਨੂੰ ਵੀ ਏਸੀ 'ਚ ਵੜਨਾ ਪੈਂਦਾ। ਕਿ ਜੋ ਤੁਸੀਂ ਹਰ ਵੇਲੇ ਏਸੀ 'ਚ ਰਹੀ ਜਾਓਗੇ ਤਾਂ ਤੁਹਾਡੀ ਬਾਡੀ ਵੀ ਉੱਦਾਂ ਦੀ ਹੋ ਜਾਂਦੀ ਹੈ। ਇਸ ਕਰਕੇ ਕੁਦਰਤ ਦੇ ਜਿਹੜੇ ਆਪਣਾ ਸਿਸਟਮ ਹੈ, ਉਹਦੀ ਹਵਾ ਹੈ, ਉਹਦੀ ਜਿਹੜੀ ਬਾਹਰਲੀ ਜਿੰਨੀਆਂ ਦੀਵਾਰਾਂ ਨੇ, ਖਾਸ ਕਰ ਜਿਹੜੀਆਂ ਸਾਡੀਆਂ ਸੀਮੈਂਟ ਵਾਲੀਆਂ ਦੀਵਾਰਾਂ ਨੇ, ਹੱਦ ਦਰਜੇ ਦੀਆਂ ਸਿਕਨੈਸ ਜਨਰੇਟਿੰਗ ਨੇ। ਅੱਜ ਈਵਨ ਜਿਹੜੀ ਆਰਕੀਟੈਕਚਰ ਕਹਿ ਰਿਹਾ ਜਿਹੜਾ ਕਿ ਤੁਸੀਂ ਕੱਚੇ ਮਕਾਨਾਂ 'ਚ ਮੁੜ ਕੇ ਵਾਪਸ ਆਓ। ਹਾਂ, ਕੱਚੇ ਮਕਾਨਾਂ 'ਚ ਵਾਪਸ ਆਓ ਜੇ ਤੁਸੀਂ ਸਿਹਤਮੰਦ ਰਹਿਣਾ। ਤਾਂ ਜਿਹੜੀਆਂ ਸੀਮੈਂਟ ਦੀਆਂ ਦੀਵਾਰਾਂ ਨੇ ਜਿਹੜੀਆਂ ਤੁਹਾਡੀਆਂ, ਇਹ ਤੁਹਾਨੂੰ ਬਿਮਾਰ ਕਰ ਰਹੀਆਂ ਨੇ, ਕਿਉਂਕਿ ਇਹ ਘਰ ਦੇ ਵਿੱਚ ਇੱਕ ਕਮਰਾ ਕੋਈ ਅਜਿਹਾ ਹੋਣਾ ਚਾਹੀਦਾ ਜਿੱਥੇ ਪੂਰਾ ਮਿੱਟੀ ਦਾ ਲੇਪ ਕਰਕੇ ਮਿੱਟੀ ਵਾਲਾ ਹੋਵੇ। ਬਿਲਕੁਲ ਕੱਚਾ ਹੋਵੇ, ਉਹਦੇ ਨੈਚੁਰਲ ਹਵਾ ਆਵੇ। ਬਹੁਤ ਬਣਾਇਆ ਉਹਨੇ, ਤੁਸੀਂ ਦੇਖਿਆ ਆਏ ਹੋ ਜਿਹੜਾ ਉਹ ਆਪਣੇ ਨੇ ਕਮਲਜੀਤ ਨੇ ਹੇਅਰ ਨੇ ਅੰਦਰ ਜਿਹੜੇ ਉਹ ਆਪਣਾ ਹਾਂ ਉਹ ਆਰਗੈਨਿਕ ਫਾਰਮ 'ਚ ਬਣੇ ਆ। ਤਾਂ ਹੁਣ ਅੱਗੇ ਤਾਂ ਇਹ ਪੂਰੀ ਦੀ ਪੂਰੀ ਇਹਦੇ ਉੱਪਰ ਕੰਮ ਕਰ ਰਹੇ। ਮੈਂ ਬੰਦੇ ਨੂੰ ਮਿਲ ਚੁੱਕਿਆ, ਉਹਨਾਂ ਬੰਦੇ ਤੁਸੀਂ 2-3 ਨੂੰ ਫੰਕਸ਼ਨ ਹੈ, ਇੱਥੇ ਵੀ ਸ਼ਾਇਦ ਕੋਈ ਨਾ ਕੋਈ ਬੰਦਾ ਇੱਦਾਂ ਦਾ ਆਏਗਾ ਜਿਹੜਾ ਚੰਡੀਗੜ੍ਹ ਫੰਕਸ਼ਨ ਕਰਾ ਰਹੇ ਆਪਾਂ। ਤਾਂ ਉਹ ਜਿਹੜਾ ਚੰਡੀਗੜ੍ਹ ਫੰਕਸ਼ਨ ਹੈ, ਮੈਂ ਉਹ ਵੀ ਸਾਰੇ ਦੋਸਤਾਂ ਨੂੰ ਦੱਸਦਾ ਕਿ ਚੰਡੀਗੜ੍ਹ ਫੰਕਸ਼ਨ ਕਰਾ ਰਹੇ ਅਸੀਂ ਕੁਦਰਤ ਉਤਸਵ 2-3 ਤਰੀਕ ਨੂੰ 35A 'ਚ ਮਿਊਨਿਸਪਲ ਭਵਨ 'ਚ। ਤਾਂ ਉਹ ਹਾਂ ਵਾਰ ਹੈਗਾ ਸ਼ਨੀਵਾਰ ਐਤਵਾਰ, ਕਮਿੰਗ ਸੈਟਰਡੇ ਸੰਡੇ। ਤਾਂ ਉਹਦੇ ਕਮਾਲ ਦਾ ਐਕਸਪੀਰੀਅੰਸ ਹੋਏਗਾ। ਉਹਦੇ 'ਚ ਜਿੱਥੇ ਮਿਲਟ ਬੇਸਡ ਖਾਣੇ ਹੋਣਗੇ, ਨੈਚੁਰਲ ਫੂਡਸ ਹੋਣਗੇ, ਉੱਥੇ ਸਾਰੀ ਕੁਦਰਤੀ ਖੇਤੀ ਦੀ ਗੱਲ ਹੋਗੀ, ਪਾਣੀ ਨੂੰ ਬਚਾਉਣ ਦੀ ਗੱਲ ਹੋਏਗੀ, ਸਾਰੀ ਜਿਹੜੀ ਹੈਲਥ ਦੀ ਗੱਲ ਹੋਏਗੀ। ਤਾਂ 2 ਦਿਨ ਦੇ ਲਗਾਤਾਰ ਜਿਹੜੇ ਨੇ ਬਹੁਤ ਲੰਬੇ ਔਰ ਪੂਰੇ ਕੰਟਰੀ 'ਚੋਂ ਜਿਹੜੇ ਨੇ ਬਹੁਤ ਦਿੱਗਜ ਲੋਕ ਜਿਹੜੇ ਆਪਣੇ ਫੀਲਡ ਦੇ ਮਾਹਰ ਨੇ ਉਹ ਆ ਰਹੇ ਆ। ਤਾਂ ਸਾਰਿਆਂ ਨੂੰ ਸੱਦਾ ਵੀ ਹੈ ਕਿ ਤੁਸੀਂ 2-3 ਦੇ ਫੰਕਸ਼ਨ 'ਚ ਉੱਥੇ ਚੰਡੀਗੜ੍ਹ ਪਹੁੰਚੋ। ਗਰੁੱਪਾਂ 'ਚ ਅਸੀਂ ਇਨਵੀਟੇਸ਼ਨ ਵੀ ਪਾ ਰਹੇ ਹਾਂ। ਓਪਨ ਹੈ, ਉਹ ਸੈਟਰਡੇ ਸੰਡੇ ਦੇ ਦੋਨੋਂ ਜਿਹੜੇ ਦਿਨ ਨੇ ਉਹ ਓਪਨ ਫੰਕਸ਼ਨ ਹੈ। ਉਹ 'ਚ ਕੋਈ ਕਿਸੇ ਕਿਸਮ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਕੋਈ ਟਿਕਟ ਨਹੀਂ ਹੈ, ਕੁਛ ਵੀ ਨਹੀਂ ਹੈ ਉੱਥੇ। ਅਤੇ ਉਹ ਓਪਨ ਹੈ ਅਤੇ ਸਾਰਿਆਂ ਨੂੰ ਸੱਦਾ ਕਿ ਜ਼ਰੂਰ ਉੱਥੇ ਪਹੁੰਚੋ, ਕਿਉਂਕਿ ਇਹ ਇੱਕ ਕਮਾਲ ਦਾ ਐਕਸਪੀਰੀਅੰਸ ਅਸੀਂ ਮੋਸਟਲੀ 2-3 ਸਾਲ ਬਾਅਦ ਇਹੋ ਜਿਹਾ ਫੰਕਸ਼ਨ ਕਰਾਉਂਦੇ ਹਾਂ, ਕਿਉਂਕਿ ਬਹੁਤ ਮਹਿੰਗੇ ਪੈਂਦੇ ਫੰਕਸ਼ਨ ਹੈ। ਬੁਲਾਰੇ ਕੌਣ ਨੇ? ਬੁਲਾਰੇ ਆਪੋ ਆਪਣੇ ਫੀਲਡ ਦੇ ਮਾਹਰ ਨੇ। ਕੋਈ ਪਾਣੀ ਵਿੱਚ ਰੇਨ ਵਾਟਰ ਦਾ ਮਾਹਰ ਹੈ, ਕੋਈ ਗਰਾਊਂਡ ਵਾਟਰ ਦਾ ਮਾਹਰ ਹੈ, ਕੋਈ ਹੈਲਥ ਦਾ ਮਾਹਰ ਹੈ, ਕੋਈ ਆਰਗੈਨਿਕ ਫਾਰਮਿੰਗ ਦੇ ਮਾਹਰ ਆਉਣਗੇ, ਕੋਈ ਇਕੋਨਮੀ ਦੇ ਸੁਰਿੰਦਰ ਸ਼ਰਮਾ ਵਰਗੇ ਆਉਣਗੇ, ਤਾਂ ਆਪਣੇ ਸ਼ਰਮਾ ਜੀ ਵਰਗੇ, ਦਵਿੰਦਰ ਸ਼ਰਮਾ ਜੀ ਵਰਗੇ ਡਾਕਟਰ ਵੀ ਹਾਂ ਅਸੀਂ ਹੋਣਗੇ, PGI ਦੇ ਡਾਕਟਰ ਹੋਣਗੇ। ਤਾਂ ਉਹ ਡਾਕਟਰ ਵੀ ਹੋਣਗੇ, ਡਾਕਟਰ ਅਵਦੇਸ਼ ਹੋਣਗੇ, ਵਿਚਾਰੇ ਅਮਨੀਸ਼ ਵੀ ਹੋਣ, ਸਾਰੇ ਹੀ ਹੋਣ। ਲਗਭਗ ਜਿੰਨੇ ਤੁਸੀਂ ਨਾਂ ਜਿਹਨਾਂ ਨਾਲ ਤੁਹਾਡਾ ਵਾਹ ਪੈਂਦਾ, ਲਗਭਗ ਸਾਰੇ ਉੱਥੇ 2 ਦਿਨ ਹਾਜ਼ਰ ਰਹਿਣਗੇ। ਤਾਂ ਉਹ ਕਿਤੇ ਨਾ ਕਿਤੇ ਜਿਹੜੇ ਨੇ ਉਹ ਕਮਾਲ ਦਾ ਐਕਸਪੀਰੀਅੰਸ ਹੋਏਗਾ। ਅਤੇ ਉਹਦੇ 'ਚ ਸਾਰੀ ਗੱਲਾਂ ਜਿਹੜੀਆਂ ਨੇ ਇਹ ਵੀ ਡਿਸਕਸ ਹੋਣਗੀਆਂ ਵਿੱਚ, ਕੁਆਂਟਮ ਊਰਜਾ ਦੀ ਗੱਲ ਵੀ ਵਿੱਚ ਸਾਰਾ ਕੁਛ ਹੋਏਗਾ। ਤਾਂ ਉਹ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਕਿ ਜਿਹੜਾ ਇਹ ਸਾਰਾ ਵਰਤਾਰਾ ਹੈ ਊਰਜਾ ਦਾ, ਉਹਨੂੰ ਆਪਾਂ ਹੀਲਿੰਗ ਵਾਸਤੇ ਯੂਜ਼ ਕਰ ਸਕਦੇ ਹਾਂ, ਕਿਉਂਕਿ ਬਾਡੀ ਸਾਰੀ ਊਰਜਾ ਦਾ ਹੀ ਇੱਕ ਸਰੂਪ ਹੈ। ਹੁਣ ਤਾਂ ਉਹ ਵੀ ਆ ਗਈ ਨਾ ਜਿਹੜੀ ਕਿਰਲੀਅਨ ਫੋਟੋਗ੍ਰਾਫੀ ਹੈ। ਕਿਰਲੀਅਨ ਫੋਟੋਗ੍ਰਾਫੀ ਨੇ ਜਦੋਂ ਫੋਟੋ ਖਿੱਚੀ ਬੰਦੇ ਦੀ, ਤਾਂ ਉਹ ਬੰਦਾ ਜਿੱਦਾਂ ਦਾ ਅੱਜ ਕੱਲ੍ਹ ਤੁਸੀਂ ਡਾਕਟਰਾਂ ਦੇ ਕਮਰਿਆਂ 'ਚ ਲੱਗੇ ਹੋਣਗੇ, ਉਹ ਹੱਡੀਆਂ ਦਾ ਸਕੈਲਟਨ ਵਾਲਾ, ਉਹ ਕਹਿੰਦੇ ਬਹੁਤ ਹੀ ਵਾਹੀਆਤ ਕਿਸਮ ਦੀ ਉਹ ਫੋਟੋ ਹੈ। ਤੁਸੀਂ ਕਿਰਲੀਅਨ ਕੈਮਰੇ ਦੀ ਫੋਟੋ ਲਾਓ, ਉਹਦੇ ਅੰਦਰ ਤੁਹਾਡੇ ਆਲੇ ਦੁਆਲੇ ਇੱਕ ਔਰਾ ਆਏਗਾ। ਤੁਹਾਡੇ ਜਿੱਥੇ ਵੀ ਬੰਦਾ ਬੈਠਾ ਉਹ ਔਰਾ ਹੈ। ਉਹ ਜਿੰਨਾ ਬੰਦਾ ਭਲਾਮਨਸ ਹੋਏਗਾ, ਵਧੀਆ ਹੋਏਗਾ, ਗ੍ਰੇਟ ਹੋਏਗਾ, ਗੁਰੂ ਹੋਏਗਾ, ਅਧਿਆਤਮਿਕ ਹੋਏਗਾ, ਉਹਦਾ ਔਰਾ ਉਨਾ ਹੀ ਵੱਡਾ ਹੋਏਗਾ। ਫੋਟੋ ਖਿੱਚ ਕੇ ਬੰਦੇ ਦਾ ਪਤਾ ਲਗਾਇਆ ਜਾ ਸਕਦਾ ਹੈ ਕਿ ਬੰਦਾ ਜਿਹੜਾ ਉਹ ਕਿਸ ਨੇਚਰ ਦਾ ਹੈਗਾ ਅਤੇ ਕਿੰਨਾ ਕੁ ਰੱਬ ਨਾਲ ਜੁੜਿਆ ਅਤੇ ਕਿੰਨਾ ਕੁ ਬੇਈਮਾਨ ਹੈ। ਬਿਲਕੁਲ ਕਿਰਲੀਅਨ ਫੋਟੋਗ੍ਰਾਫੀ ਕਹਿੰਦੇ ਉਹਨੂੰ। ਕਿਰਲੀਅਨ ਫੋਟੋਗ੍ਰਾਫੀ ਕਾਫੀ ਪੁਰਾਣੀ ਹੋ ਚੁੱਕੀ ਵੈਸੇ ਤਾਂ, ਲੇਕਿਨ ਹੁਣ ਉਹਨੇ ਐਗਜ਼ੈਕਟ ਡਿਟੋ ਬੰਦੇ ਦੀ ਫੋਟੋ ਖਿੱਚ ਦਿੰਦੀ ਹੈ ਜੇ ਤੁਹਾਡੇ ਆਲੇ ਦੁਆਲੇ ਇੱਕ ਔਰਾ ਹੈ। ਜਿਹੜਾ ਮਤਲਬ ਅਸੀਂ ਸਾਡੀ ਜਿਹੜੀ ਪੂਰੀ ਬਾਡੀ ਹੈ ਉਹ ਇੱਕ ਊਰਜਾ ਦਾ ਹੀ ਇੱਕ ਇਟਸ ਆਰਗੇਨਾਈਜ਼ਡ ਐਨਰਜੀ ਹੈ। ਉਹਦੇ 'ਚ ਮੈਟਰ ਵੀ ਹੈ, ਐਨਰਜੀ ਵੀ ਹੈ, ਦੋਨੋਂ ਦਾ ਆਪਸ 'ਚ ਕਿੱਦਾਂ ਸੁਮੇਲ ਹੈ, ਉਹ ਮਨੁੱਖ ਹੈ। ਮਨੁੱਖ ਵੀ ਬਾਕੀ ਜੀਵ ਵੀ ਇੱਦਾਂ ਹੀ ਨੇ। ਤਾਂ ਪੂਰੀ ਦੀ ਪੂਰੀ ਨੇਚਰ ਦਾ ਜਿਹੜਾ ਜਿਹਨੂੰ ਕਹਿੰਦੇ ਕਲਾਈਮੈਕਸ ਹੈ ਪੂਰਾ, ਉਹ ਮਨੁੱਖ ਦੇ ਵਿੱਚ ਹੈ। ਮਨੁੱਖ ਕੁਦਰਤ ਦੀ ਉਹ ਇੱਕ ਵੰਡਰਫੁਲ ਕ੍ਰੀਏਸ਼ਨ ਹੈ, ਜਿਹੜੀ ਕਿ ਕੁਦਰਤ ਨੇ ਜਿਹਨੂੰ ਕਹਿੰਦੇ ਪੂਰਾ ਲੱਖਾਂ ਸਾਲ ਕਰੋੜਾਂ ਸਾਲ ਲਾ ਕੇ ਉਹਨੂੰ ਇੱਕ ਇਸ ਲੈਵਲ 'ਤੇ ਲੈ ਕੇ ਆਉਂਦਾ। ਤਾਂ ਉਹ ਜਿਹੜਾ ਉਹਦੇ ਅੰਦਰ ਫਿਰ ਉਹਨੂੰ ਅਸੀਂ ਕਿਵੇਂ ਹੀਲ ਕਰਨਾ, ਉਹਦੇ 'ਚ ਜਿਹੜੀ ਹੈ ਇਹ ਕੁਆਂਟਮ ਊਰਜਾ ਦਾ ਰੋਲ ਜਿਹੜਾ ਹੈਗਾ ਕਿ ਊਰਜਾ ਨੂੰ ਕਿਵੇਂ ਯੂਜ਼ ਕਰਨਾ। ਅਸੀਂ ਉਹ ਨੈਚੁਰੋਪੈਥੀ ਤੋਂ ਅੱਗੇ ਆਇਆ। ਨੈਚੁਰੋਪੈਥੀ ਅੰਦਰ ਹਵਾ, ਪਾਣੀ, ਮਿੱਟੀ ਨੂੰ ਯੂਜ਼ ਕਰਦੇ ਹਾਂ। ਉਸ ਤੋਂ ਅਗਲੀ ਫੇਜ਼ ਹੈਗੀ ਹੈ ਜਿਹੜੀ ਕੁਆਂਟਮ ਊਰਜਾ ਦੀ, ਜਿਹੜੇ ਕਿ ਸਾਡੇ ਰਿਸ਼ੀ ਮੁਨੀ ਕਰਦੇ ਰਹੇ ਪਹਿਲਾਂ ਵੀ। ਉਹਨੂੰ ਕੁਆਂਟਮ ਊਰਜਾ ਨਹੀਂ ਸੀ ਕਹਿੰਦੇ, ਉਹਨੂੰ ਨਾਂ ਉਹਨਾਂ ਨੇ ਯੋਗ ਦਾ ਦਿੱਤਾ ਹੋਇਆ ਸੀਗਾ ਜਾਂ ਅਧਿਆਤਮ ਦਾ ਦਿੰਦੇ ਸੀਗੇ। ਅੱਜ ਵੈਸਟਰਨ ਜਿਹੜੇ ਲੋਕ ਨੇ ਉਹਨੂੰ ਕੁਆਂਟਮ ਹੀਲਿੰਗ ਦੇ ਨਾਂ 'ਤੇ ਬਹੁਤ ਪਾਪੂਲਰ ਹੋ ਰਹੀ ਹੈ।
ਸੋ ਮੇਰੇ ਖਿਆਲ 'ਚ ਆਪਾਂ ਜਿਹੜੀ ਹੈ ਕੁਆਂਟਮ ਊਰਜਾ ਦੀ ਗੱਲ ਜਿਹੜੀ ਹੈ ਅਗਲੀ ਵੀਡੀਓ 'ਚ ਆਪਾਂ ਜਿਹੜੀ ਉਹ ਕਰ ਲਾਂਗੇ ਗੱਲ ਕਿ ਮੈਂ ਸਮਝਦਾ ਕਿ ਉਹ ਜਿਹੜੀ ਵੀਡੀਓ ਹੋਏਗੀ ਉਹ ਇੱਕ ਡੈਮੋ ਟਾਈਪ ਵੀਡੀਓ ਕਰਾਂਗੇ ਆਪਾਂ ਜਿਹਦੇ 'ਚ ਕਿ ਕਿਸ ਢੰਗ ਦੇ ਨਾਲ ਮੰਤਰ ਜਾਪ ਸੈਂਟਰ ਸਟਿਮੂਲੇਸ਼ਨ ਦੇ 7 ਸੈਂਟਰ ਨੇ ਸਾਡੇ ਉਹਨੂੰ ਕਿਵੇਂ ਸਟਿਮੂਲੇਟ ਕਰਨਾ ਔਰ ਫਿਰ ਉਹਨੂੰ ਐਕਸਰਸਾਈਜ਼ ਨਾਲ ਕਿੱਦਾਂ ਜੋੜਨਾ ਸਟ੍ਰੈਚਿੰਗ ਐਕਸਰਸਾਈਜ਼ ਨਾਲ ਤਾਂ ਤਿੰਨੇ ਕੰਮ ਇਕੱਠੇ ਵੀ ਕਰਾਂਗੇ ਆਪਾਂ ਕਿਉਂਕਿ ਆਫਟਰ ਆਲ ਬਾਡੀ ਦੇ ਤਿੰਨ ਇੱਕ ਹੋਲਿਸਟਿਕ ਹੈ ਨਾ ਜਦੋਂ ਹੋਲਿਸਟਿਕ ਹੈ ਤਾਂ ਉਹ ਫੀਲਿੰਗ ਆਲ ਟੂਗੇਦਰ ਡਿਫਰੈਂਟ ਆਏਗੀ ਜੇ ਤੁਸੀਂ ਇਕੱਲੀ ਚੀਜ਼ ਕਰੋਗੇ ਤਾਂ ਉਹ ਫੀਲਿੰਗ ਬਹੁਤ ਡਿਲੂਟ ਹੋ ਜਾਏਗੀ ਕਿਉਂਕਿ ਜਦੋਂ ਸਟ੍ਰੈਚਿੰਗ ਕਰਦੇ ਹਾਂ ਤਾਂ ਵੀ ਬਾਡੀ ਦੇ ਅੰਦਰ ਇੱਕ ਊਰਜਾ ਖਾਸ ਢੰਗ ਨਾਲ ਦੌੜ ਰਹੀ ਹੈ ਜਦੋਂ ਅਸੀਂ ਮੰਤਰ ਜਾਪ ਕਰਦੇ ਹਾਂ ਤਾਂ ਵੀ ਊਰਜਾ ਦੌੜ ਰਹੀ ਹੈ ਜਦੋਂ ਸੈਂਟਰ ਸਟਿਮੂਲੇਟ ਹੋ ਰਹੇ ਆ ਤਾਂ ਉਹ ਉੱਦਾਂ ਹੀ ਨੇ ਜਿੱਦਾਂ ਕੋਈ ਮੇਨ ਸਵਿੱਚ ਨੂੰ ਤੁਸੀਂ ਔਨ ਕਰ ਦਿਓ ਜਿਹੜੇ ਤੁਹਾਡੇ ਸੈਂਟਰ ਨੇ ਇਹ ਆਲਮੋਸਟ ਬਿਜਲੀ ਦੇ ਸਵਿੱਚਸ ਹੁੰਦੇ ਆ ਤੁਸੀਂ ਇਹਨੂੰ ਮਾੜਾ ਜਿਹਾ ਛੇੜੋਗੇ ਤਾਂ ਪੂਰਾ ਬਲਬ ਪੂਰੀ ਲਾਈਟ ਹੋਏਗੀ ਪੂਰਾ ਉਹਦੇ ਅੰਦਰ ਊਰਜਾ ਮਿਟ ਹੋਏਗੀ ਤਾਂ ਇਹ ਕਿਤੇ ਨਾ ਕਿਤੇ ਜਿਹੜਾ ਤਾਂ ਉਹਦੇ ਨਾਲ ਹੀਲਿੰਗ ਪ੍ਰੋਸੈਸ ਬਹੁਤ ਤੇਜ਼ ਹੋ ਜਾਂਦਾ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਪੂਰੇ ਵਿਸਥਾਰ ਦੇ ਨਾਲ ਇੱਕ ਅਜਿਹੀ ਦੁਨੀਆ 'ਚ ਪਹੁੰਚਾਤਾ ਆਪਣੇ ਵਿਚਾਰਾਂ ਦੇ ਨਾਲ। ਅੱਖਾਂ ਦੇ ਅੱਗੇ ਫਿਲਮ ਚੱਲਣ ਲੱਗ ਗਈ ਕਿ ਇੱਦਾਂ ਹੁੰਦਾ ਸਾਰਾ ਕੁਝ ਜਿਹੜਾ ਹੀਲਿੰਗ ਦਾ ਪ੍ਰੋਸੈਸ ਉਹ ਇੱਦਾਂ ਹੁੰਦਾ। ਅਤੇ ਮੈਨੂੰ ਲੱਗਦਾ ਕਿ ਇੱਕ ਅਜਿਹਾ ਜਿਹੜਾ ਉਹ ਤੁਸੀਂ ਵਿਸ਼ਾ ਛੋਹਿਆ ਹੈਗਾ ਜਿਹੜਾ ਪਬਲਿਕ ਨੂੰ ਬਹੁਤ ਪਸੰਦ ਆਏਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ, ਮੈਨੂੰ ਇਹ ਲੱਗ ਰਿਹਾ ਸੀ ਜਿਸ ਤਰ੍ਹਾਂ ਮੇਰੇ ਅੱਖਾਂ ਦੇ ਅੱਗੇ ਫਿਲਮ ਚੱਲ ਰਹੀ ਹੋਵੇ, ਤੁਹਾਨੂੰ ਵੀ ਲੱਗ ਰਿਹਾ ਹੋਣਾ। ਵਿਸ਼ਾ ਉਹ ਹੋਣਾ ਚਾਹੀਦਾ, ਵਿਸਥਾਰ ਉੱਦਾਂ ਦਾ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਇੱਕ ਇੱਕ ਚੀਜ਼ ਜਿਹੜੀ ਹੈ ਉਹ ਅੱਖਾਂ ਦੇ ਸਾਹਮਣੇ ਫਿਲਮ ਵਾਂਗੂ ਆਵੇ ਅਤੇ ਤੁਹਾਡੇ ਜ਼ਿਹਨ ਦੇ ਵਿੱਚ ਡੂੰਘੀ ਜਿਹੜੀ ਹੈ ਉਹ ਖੁੱਭ ਜਾਵੇ। ਅਤੇ ਜਦੋਂ ਇਹ ਜਿਹੀਆਂ ਚੀਜ਼ਾਂ ਜ਼ਿਹਨ ਦੇ ਵਿੱਚ ਡੂੰਘਾ ਖੁੱਭ ਜਾਂਦੀਆਂ ਨੇ ਫਿਰ ਹੀ ਸਾਨੂੰ ਸਮਝ ਆਉਂਦੀ ਹੈ ਕਿ ਅਸਲ ਅਸੀਂ ਕਰ ਕੀ ਰਹੇ ਹਾਂ, ਹੋਣਾ ਕੀ ਚਾਹੀਦਾ ਅਤੇ ਇਸ ਨੂੰ ਜਿਹੜਾ ਉਹ ਕਿੱਦਾਂ ਜਿਹੜਾ ਅਸੀਂ ਆਪਣੇ ਲੀਹ 'ਤੇ ਲਿਆ ਸਕਦੇ ਹਾਂ। ਕੁਆਂਟਮ ਹੀਲਿੰਗ ਦਾ ਪ੍ਰੋਸੈਸ ਅੱਜ ਡਾਕਟਰ ਸਾਹਿਬ ਨੇ ਸਮਝਾਇਆ ਹੈਗਾ, ਨਾਲੇ ਵਾਅਦਾ ਕੀਤਾ ਵੀ ਅਗਲੇ ਐਪੀਸੋਡ ਅਗਲੇ ਲੜੀਵਾਰ ਦੇ ਵਿੱਚ ਅਸੀਂ ਇਸ ਨੂੰ ਹੋਰ ਵਿਸਥਾਰ ਦਾ ਦੇਵਾਂਗੇ, ਡੈਮੋ ਕਰਕੇ ਦੇਵਾਂਗੇ ਤਾਂ ਕਿ ਜਿਹੜਾ ਜਿੰਨਾ ਕੁਝ ਹਾਲੇ ਤੱਕ ਕਈ ਵਾਰੀ ਕੋਈ ਚੀਜ਼ਾਂ ਜਿਹੜੀਆਂ ਨਹੀਂ ਵੀ ਸਮਝ ਆ ਪਾ ਰਹੀਆਂ ਤਾਂ ਉਹਨੂੰ ਵੀ ਅਸੀਂ ਕਲੀਅਰ ਕਰਕੇ ਦੱਸਾਂਗੇ। ਅਤੇ ਇਹੋ ਸਾਡਾ ਮਕਸਦ ਹੈ ਕਿ ਆਪਣਾ ਡਾਕਟਰ ਆਪ ਬਣੋ। ਅੱਜ ਦੇ ਲੜੀਵਾਰ 31 ਦੇ ਵਿੱਚ ਜੋ ਚੀਜ਼ਾਂ ਸਮਝਾਈਆਂ ਗਈਆਂ ਨੇ ਮੈਨੂੰ ਲੱਗਦਾ ਕਿ ਉਹ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਗਈਆਂ ਹੋਣੀਆਂ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਅਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹੋ ਜਿਹੀਆਂ ਵੀਡੀਓ ਘਰ ਘਰ ਸੰਜੋ ਕੇ ਰੱਖਣ ਦੀ ਲੋੜ ਹੈ ਤਾਂ ਕਿ ਜਦੋਂ ਕਦੇ ਕਿਸੇ ਨੂੰ ਕਿਸੇ ਸ਼ੱਕ ਸ਼ੁਬਾ ਹੋਵੇ ਕਿਸੇ ਤਰੀਕੇ ਦਾ ਜਾਂ ਯੋਗ ਦੇ ਉੱਤੇ ਜਾਂ ਆਪਣੀ ਪੁਰਾਣੀਆਂ ਪੱਧਤੀਆਂ ਦੇ ਉੱਤੇ ਜਾਂ ਸਾਡੇ ਉਪਨਿਸ਼ਦਾਂ ਦੇ ਜਾਂ ਗ੍ਰੰਥਾਂ ਦੇ ਉੱਤੇ ਸਾਨੂੰ ਕਿਸੇ ਦਾ ਸ਼ੱਕ ਸ਼ੁਬਾ ਹੋਵੇ ਤਾਂ ਇਹਨਾਂ ਚੀਜ਼ਾਂ ਨੂੰ ਜਦੋਂ ਚਲਾ ਕੇ ਦੇਖਦੇ ਹਾਂ ਤਾਂ ਉਦੋਂ ਪਤਾ ਲੱਗਦਾ ਕਿ ਵਿਗਿਆਨ ਵੀ ਇਹਦੇ ਨਾਲ ਸਹਿਮਤ ਹੈਗਾ। ਅਤੇ ਜੇਕਰ ਇਹ ਵੀਡੀਓ ਦੇਖ ਕੇ ਕਿਤੇ ਨਾ ਕਿਤੇ ਕੁਝ ਬਦਲਾਅ ਆਉਂਦਾ ਅਤੇ ਸਾਡਾ ਸਮਾਜ ਤੰਦਰੁਸਤੀ ਵੱਲ ਵੱਧਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਾਡੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ ਅਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।